ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਵੋ ਸੰਤ ਪਿਆਰਿਓ, ਅਕਥ ਕੀ ਕਰੋ ਕਹਾਣੀ। ਕਰੇ ਕਹਾਣੀ ਅਕਥ ਕੇਰੀ, ਕਿਤ ਦੁਆਰੇ ਪਾਈਐ। ਤਨ ਮਨ ਧਨ ਸਭ ਸੌਂਪ ਗੁਰ ਕੋ। ਹੁਕਮ ਮੰਨੀਐ ਪਾਈਐ। ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਕਹੇ ਨਾਨਕ ਸੁਣੋ ਸੰਤੋ, ਕਹੇ ਨਾਨਕ ਸੁਣੋ ਸੰਤੋ। ਕਥਿਓ ਅਕਥ ਕਹਾਣੀ, ਗੁਰਬਾਣੀ ਗੁਰਬਾਣੀ ਗਾਵੇ ਗੁਰਬਾਣੀ। ਗੁਰਬਾਣੀ ਗੁਰਬਾਣੀ ਗਾਵੇ ਗੁਰਬਾਣੀ। ਗੁਰਬਾਣੀ ਗੁਰਬਾਣੀ ਗਾਵੇ ਗੁਰਬਾਣੀ। ਗੁਰਬਾਣੀ ਗੁਰਬਾਣੀ ਗਾਵੇ ਗੁਰਬਾਣੀ। ਗੁਰਬਾਣੀ ਗਾਵੇ ਗੁਰਬਾਣੀ। ਗੁਰਬਾਣੀ 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 ਗੁਰਬਾਣੀ ਗਾਵੇ ਗੁਰਬਾਣੀ 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 ਗੁਰਬਾਣੀ। ਬਾਬਾ ਗੁਰਬਾਣੀ ਗੁਰਬਾਣੀ। ਗੁਰਬਾਣੀ 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 ਗਾਵੇ ਬਾਣੀ। ਗੁਰਬਾਣੀ 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 ਗੁਰਬਾਣੀ। ਗੁਰ ਕਹਾਣੀ ਗਾਵੇ ਪਾਈ। ਗੁਰਬਾਣੀ 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 ਗੁਰਬਾਣੀ ਗਾਵੇ ਗੁਰਬਾਣੀ। ਗੁਰਬਾਣੀ ਗੁਰਬਾਣੀ ਗਾਵੇ ਗੁਰਬਾਣੀ। ਗੁਰਬਾਣੀ ਗੁਰਬਾਣੀ ਗਾਵੇ ਗੁਰਬਾਣੀ। ਗੁਰਬਾਣੀ ਗੁਰਬਾਣੀ ਗਾਵੇ ਗੁਰਬਾਣੀ। ਗਾਵੇ ਗੁਰਬਾਣੀ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ। ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ। ਹਿਰਦੈ ਤਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ।
ਜਪਿਓ ਸਾਨੁਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ 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 ਇਹ ਹੈ 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 ਸੱਚੀ ਬਾਣੀ ਸੱਚੀ ਬਾਣੀ ਇਹ ਹੈ 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 ਸੱਚੀ ਬਾਣੀ ਆਵੋ ਸਿੱਖ ਸਤਿਗੁਰ ਕੇ ਪਿਆਰਿਓ ਆਵੋ ਸਿੱਖ ਸਤਿਗੁਰ ਕੇ ਪਿਆਰਿਓ ਆਵੋ ਸਿੱਖ ਸਤਿਗੁਰ ਕੇ ਪਿਆਰੇ ਹੋ ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗੁਰ ਕੇ ਪਿਆਰਿਓ ਗੁਰਬਾਣੀ ਗੁਰਬਾਣੀ ਗਾਵੇ ਗੁਰਬਾਣੀ 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 ਪਰਮ ਸਨਮਾਨਯੋਗ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਸਜੀ ਹੋਈ ਸਾਧ ਸੰਗਤ ਜੀ, ਆਓ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਈਏ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕਲਗੀਧਰ ਪਿਤਾ ਜੀ ਦਾ ਦਰਸਾਇਆ ਹੋਇਆ ਨਾਅਰਾ ਬੁਲੰਦ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਆਪ ਜੀ ਬੜੇ ਅੱਛੇ ਭਾਗਾਂ ਵਾਲੇ ਹੋ। ਅੱਜ 6ਵੇਂ ਦਿਨ ਦਾ ਜੋ ਮਹਾਨ ਗੁਰਮਤਿ ਸਮਾਗਮ ਰਾਤਰੀ ਦੇ ਸਮਾਗਮ ਪ੍ਰਾਰੰਭ ਹੋਏ ਹਨ। ਦਿਨ ਦੇ ਵਿੱਚ ਸਤਿਗੁਰਾਂ ਦੀ ਪਾਵਨ ਬਾਣੀ ਦੇ ਸ੍ਰੀ ਸੁਖਮਨੀ ਸਾਹਿਬ ਦੇ ਅਖੰਡ ਜਾਪ ਚੱਲ ਰਹੇ ਨੇ। ਉਪਰੰਤ ਰਾਤ ਦਾ ਦੀਵਾਨ, ਸ਼ਬਦ ਕੀਰਤਨ, ਕੁਝ ਗੁਰਮਤਿ ਦੀਆਂ ਵਿਚਾਰਾਂ ਕੀਤੀਆਂ ਜਾਂਦੀਆਂ ਨੇ। ਸਤਿਗੁਰੂ ਜੀ ਦੇ ਨਾਲ ਆਪਣੀ ਸਾਂਝ ਬਣ ਰਹੀ ਹੈ। ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ ਕਿ ਸਾਨੂੰ ਆਪਣੀ ਗਲਵੱਕੜੀ ਅੰਦਰ, ਗੋਦ ਅੰਦਰ ਬਿਠਾ ਕੇ ਸਾਡੇ ਜੀਵਨ ਰੂਪੀ ਜਾਂ ਸਾਡਾ ਸਵਾਸਾਂ ਦਾ ਜਾਂ ਸਾਡੇ ਜੀਵਨ ਦਾ ਕੁਝ ਮਕਸਦ ਹੈ, ਜੋ ਡਿਊਟੀ ਹੈ, ਉਹ ਸਤਿਗੁਰੂ ਜੀ ਸਮਝਾ ਰਹੇ ਨੇ ਕਿ ਜਿਵੇਂ ਮਹਾਰਾਜ ਜੀ ਸੁਖਮਨੀ ਸਾਹਿਬ ਵਿੱਚ ਹੀ ਕਹਿੰਦੇ ਨੇ, ਸਵਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚੰਦ। ਮਹਾਰਾਜ ਕਹਿੰਦੇ ਸਾਸ ਸਾਸ ਕਰਕੇ
ਗੋਬਿੰਦ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਰੱਖਣਾ, ਸਾਥ ਸਾਥ ਕਰਕੇ ਉਹਦੀ ਆਰਾਧਨਾ ਕਰਨੀ, ਤੇ ਸਾਥ ਸਾਥ ਜਪਣ ਕਰਕੇ ਹੀ ਫਿਰ ਸਾਡੇ ਜਿਹੜੀ ਅੰਦਰਲੀ ਚਿੰਤਾ ਹੈ, ਸੁੜੇਵਾ ਹੈ, ਅੰਦਰਲੀ ਕੋਈ ਈਰਖਾ, ਗਲਤ ਉਪਾਸਨਾ ਹੈ, ਦੂਰ ਹੋ ਜਾਂਦੀ ਹੈ। ਇਸ ਕਰਕੇ ਇਸ ਸਤਸੰਗ ਕਰਨ ਦਾ ਇਸੇ ਤਰ੍ਹਾਂ ਹੀ ਮਹਾਤਮ ਹੈ ਕਿ ਅਸੀਂ ਬੁਰੇ ਕਰਮਾਂ ਤੋਂ, ਬੁਰੇ ਖਿਆਲਾਂ ਤੋਂ ਪਿੱਛੇ ਹਟ ਕੇ ਵਾਹਿਗੁਰੂ ਦੇ ਸਿਮਰਨ ਨਾਲ ਜੁੜ ਜਾਈਏ, ਅਕਾਲ ਪੁਰਖ ਦੀ ਵਡਿਆਈ ਅੰਦਰ ਜੁੜ ਜਾਈਏ। ਆ ਵਡਿਆਈ ਹੋ ਰਹੀ ਹੈ, ਕੀਰਤੀ ਹੋ ਰਹੀ ਹੈ ਪ੍ਰਭੂ ਦੀ, ਕਿਉਂਕਿ ਕੀਰਤ ਪ੍ਰਭੂ ਕੀ ਗਾਓ ਮੇਰੀ ਰਸਨਾ। ਵਾਹਿਗੁਰੂ ਦੀ ਕੀਰਤੀ ਹੈ, ਉਸਤਤ ਹੈ। ਆਪਾਂ ਸਾਰੇ ਹੀ ਰਲ ਕੇ ਉਸ ਪ੍ਰਭੂ ਦੀ ਕੀਰਤੀ ਕਰ ਰਹੇ ਹਾਂ, ਵਾਹਿਗੁਰੂ ਦੀ ਵਡਿਆਈ ਕਰ ਰਹੇ ਹਾਂ। ਜਿੱਥੇ ਕੀਰਤਨ ਹੋਵੇ ਉੱਥੇ ਇਹ ਸਮਝੀਏ ਕਿ ਪ੍ਰਭੂ ਅੰਗ ਸੰਗ ਰਹਿੰਦਾ ਹੈ, ਉਹ ਧਰਤੀ ਤੇ ਉਹਦੀ ਹਾਜ਼ਰੀ ਰਹਿੰਦੀ ਹੈ। ਬੋਲੋ ਸਤਿਨਾਮ। ਨਾਰਦ ਜੀ ਨੇ ਇੱਕ ਵਾਰ ਭਗਵਾਨ ਕੋਲੇ ਬੇਨਤੀ ਕੀਤੀ ਕਿ ਹੇ ਭਗਵਾਨ, ਇਹ ਤਾਂ ਮੈਨੂੰ ਪਤਾ ਵੀ ਤੁਸੀਂ ਹਰ ਜਗ੍ਹਾ ਤੇ ਵਸਦੇ ਹੋ, ਹਰ ਜਗ੍ਹਾ ਤੇ ਟਿਕਾਣਾ ਤੁਹਾਡਾ ਬਹੁਤ ਜ਼ਿਆਦਾ ਹੈ, ਹਰੇਕ ਦੇ ਦਿਲ 'ਚ ਬੈਠੇ ਹੋ, ਹਰੇਕ ਜੀਵ ਦੇ, ਜੰਤੂ ਦੇ, ਪਸ਼ੂ ਪੰਛੀ ਦੇ, ਸਭ ਦੇ ਤੁਸੀਂ ਹਿਰਦੇ 'ਚ ਬਹਿ ਕੇ ਆਪਦਾ ਵਾਸਾ ਕਰ ਰਹੇ ਹੋ। ਭਗਵਾਨ ਕਹਿੰਦੇ ਉਹ ਤਾਂ ਹੁਣ ਤੈਨੂੰ ਪਤਾ ਹੀ ਹੈ ਨਾਰਦ, ਤੂੰ ਵੀ ਹੁਣ ਬ੍ਰਹਮ ਗਿਆਨੀ ਹੈ, ਤੇਰੀ ਵੀ ਉਮਰ ਲੱਗ ਗਈ ਸਾਰੀ। ਘਟ ਘਟ ਮੈਂ ਹਰ ਜੂ ਵਸੈ। ਮਹਾਰਾਜ ਕਹਿੰਦੇ ਘਟ ਘਟ ਦੇ ਵਿੱਚ ਉਹ ਵਸਦਾ ਹੈ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਸਾਰੀਆਂ ਹੀ ਘਟਾਂ ਵਿੱਚ, ਸਾਰੇ ਸਰੀਰ ਦੀਆਂ ਘਟਾਂ 'ਚ ਸਵਾਸਾਂ ਕਰਕੇ ਰੋਮ ਰੋਮ ਦੇ ਵਿੱਚ ਉਹ ਬੋਲਦਾ ਹੈ। ਹਰ ਰੋਮ ਦੇ ਵਿੱਚੋਂ ਵਾਹਿਗੁਰੂ ਦੀ ਆਵਾਜ਼ ਆ ਰਹੀ ਹੈ, ਪਰਮੇਸ਼ਰ ਦੀ ਆਵਾਜ਼ ਆ ਰਹੀ ਹੈ। ਘਟ ਘਟ ਮਹਿ ਵਸੈ ਮੁਰਾਰ। ਘਟ ਘਟ ਦੇ ਵਿੱਚ ਉਹ ਵਸ ਰਿਹਾ ਹੈ। ਸਭੈ ਘਟ ਰਾਮ ਬੋਲੇ। ਇੱਥੇ ਰਾਮ ਤੋਂ ਬਿਨਾਂ ਜਿਹਦੇ ਰਾਮ ਚਲਿਆ ਗਿਆ ਸਰੀਰ 'ਚੋਂ, ਰਾਮ ਨਿਕਲ ਗਿਆ, ਉਹਦੇ ਤਾਂ ਫਿਰ ਹਰੀ ਘਰ ਹੋ ਜਾਣਾ, ਉਹਦੇ ਤਾਂ ਗੱਲ ਹੀ ਨਹੀਂ ਰਹਿਣੀ ਕੋਈ। ਜਦੋਂ ਤੱਕ ਇਹ ਰਾਮ ਹੈ, ਪਰਮੇਸ਼ਰ ਹੈ, ਵਾਹਿਗੁਰੂ ਹੈ, ਇਹ ਪ੍ਰਾਣਾਂ ਵਿੱਚ ਵਸ ਰਿਹਾ ਹੈ। ਸਵਾਸ ਜਿਹੜੇ ਚੱਲ ਰਹੇ ਨੇ ਇਹ ਉਹਦੇ ਆਸਰੇ ਹੀ ਚੱਲ ਰਹੇ ਨੇ। ਆਸਰੇ ਕੀ ਹਨ? ਭਗਵਾਨ ਹੀ ਵਸ ਰਿਹਾ ਅੰਦਰ। ਇਹ ਜਿਹੜੀ ਫੁੱਟਬਾਲ ਬੁੜਕਦੀ ਹੈ ਨਾ, ਇਹ ਜਿਹੜੇ ਸਵਾਸ ਆਉਂਦੇ ਜਾਂਦੇ ਨੇ, ਇਹ ਨਿਰੰਕਾਰ ਦੇ ਆਸਰੇ ਹੀ ਆ ਰਹੇ ਹਨ। ਇਹ ਸਵਾਸਾਂ ਦੇ ਜ਼ਰੀਏ ਇਹ ਇੱਕ ਪੌਣ ਹੈ ਜਿਹੜੀ ਸਾਡੇ ਅੰਦਰ ਚੱਲ ਰਹੀ ਹੈ। ਇਹ ਪੌਣ ਦੇ ਸਹਾਰੇ, ਪੌਣ ਦੇ ਜ਼ਰੀਏ ਭਗਵਾਨ ਹੀ ਬੋਲ ਰਿਹਾ ਹੈ, ਪਰਮੇਸ਼ਰ ਹੀ ਬੋਲ ਰਿਹਾ ਹੈ। ਇਸ ਕਰਕੇ ਸਾਨੂੰ ਇਹ ਗੱਲ ਦੀ ਸੋਝੀ ਆ ਜਾਵੇ ਨਾ, ਫਿਰ ਹੀ ਕਿਤੇ ਗੱਲ ਬਣਨੀ ਹੈ। ਜੇ ਸੋਝੀ ਉਹ ਨਾ ਆਈ ਫਿਰ ਨਹੀਂ ਗੱਲ ਬਣਨੀ। ਸਮਝਣਾ ਕਿ ਸਰੀਰ ਹੈ ਕੀ। ਜੇ ਸਮਝੀਏ ਚਲੋ ਵੀ ਇਹ ਸਰੀਰ ਤੋਂ ਸਵਾਸ ਹੀ ਨਿਕਲ ਜਾਣ, ਫਿਰ ਕੀ ਰਹਿ ਗਿਆ ਇਹ। ਹੁਣ ਆਪਾਂ ਮੁਰਦਾ ਕਰਾਰ ਦੇ ਦਿੰਦੇ ਹਾਂ ਸਰੀਰ ਨੂੰ ਵੀ, ਤਾਂ ਮੁਰਦਾ ਕਰਾਰ ਹੈ। ਕੀ ਨਿਸ਼ਾਨੀ ਹੈ ਵੀ ਇਹ ਮੁਰਦਾ ਕਰਾਰ ਹੈ? ਮੁਰਦਾ ਕਰਾਰ ਇਹੀ ਹੈ ਕਿ ਇਹਦੇ ਸਵਾਸ ਨਿਕਲ ਗਏ, ਬੰਦ ਹੋ ਗਈ ਧੜਕਣ, ਨਬਜ਼ਾਂ ਰੁਕ ਗਈਆਂ,
ਕਹਿ ਦੋ ਵੀ ਇਹ ਤਾਂ ਮ੍ਰਿਤਕ ਹੈ ਭਾਈ, ਹੁਣ ਇਹਨੂੰ ਲੈ ਜਾਓ ਬਸ, ਡਾਕਟਰ ਵੀ ਕਹਿ ਦਿੰਦੇ ਨੇ। ਤੇ ਉਹ ਜਿਹੜੀ ਚੀਜ਼ ਹੈ ਨਾ, ਉਹਨੂੰ ਅਨੁਭਵ ਕਰਨਾ ਵੀ ਉਹ ਕੀ ਹੈ, ਪ੍ਰਾਣਾਂ ਦੇ ਜ਼ਰੀਏ, ਸਵਾਸਾਂ ਦੇ ਜ਼ਰੀਏ ਕੀ ਚੱਲ ਰਿਹਾ ਹੈ ਤੇਰੇ ਅੰਦਰ। ਉਹ ਪੌਣ ਹੈ ਜਿਹੜੀ ਨਾ, ਉਹਨਾਂ ਵਾਜਾ ਸਾਹਮਣੇ ਪਿਆ, ਆਹ ਪੱਖਾ ਨਹੀਂ ਮਾਰਾਂਗੇ ਤਾਂ ਸੁਰਾਂ ਦੱਬੀ ਜਾਇਓ, ਆਵਾਜ਼ ਆਉਣੀ ਨਹੀਂ। ਹੁਣ ਦੇਖ ਲਓ ਆ ਖਾਲੀ ਪਿਆ ਨੂੰ, ਨਹੀਂ ਹਵਾ ਭਰਾਂਗੇ ਇਹਨੇ ਬੋਲਣੀ ਨਹੀਂ। ਮਹਾਰਾਜ ਕਹਿੰਦੇ ਹਰ ਜੀਓ ਗੁਫਾ ਅੰਦਰ ਰੱਖ ਕੇ ਬਾਜਾ ਪਵਨ ਵਜਾਇਆ। ਮਹਾਰਾਜ ਕਹਿੰਦੇ ਹਰੀ ਨੇ, ਵਾਹਿਗੁਰੂ ਨੇ ਆਪਣਾ ਆਪ ਅੰਦਰ ਰੱਖ ਕੇ, ਹਰੀ ਨੇ ਆਪਣਾ ਇਸ ਸਰੀਰ ਰੂਪੀ ਗੁਫਾ ਦੇ ਅੰਦਰ ਰੱਖਿਆ ਹੋਇਆ ਆਪਣਾ ਆਪ, ਆਪਣੇ ਆਪ ਅੰਦਰ ਵਿਰਾਜਮਾਨ ਹੈ। ਆਪਣੇ ਆਪ ਹੀ ਫਿਰ ਅੰਦਰੋਂ ਵਿਰਾਜਮਾਨ ਹੋ ਕੇ ਬੋਲਦਾ ਹੈ, ਆਸਵਾਸਾਂ ਰਾਹੀਂ ਜਾਂ ਮੇਰੀ ਰਸਨਾ ਰਾਹੀਂ ਜਾਂ ਤੁਹਾਡੀ ਰਸਨਾ ਰਾਹੀਂ ਜਿਹੜੀ ਆਵਾਜ਼ ਆ ਰਹੀ ਹੈ ਨਾ, ਇਹ ਪਰਮੇਸ਼ਰ ਦੀ ਉਹ ਆ ਰਹੀ ਹੈ। ਬੋਲੋ ਸਤਿਨਾਮ। ਜੋ ਬੋਲ ਰਿਹਾ ਹੈ ਬਲਜੀਤ ਸਿੰਘ ਨਹੀਂ ਬੋਲਦਾ, ਜਾਂ ਆ ਸਿੰਘ ਸਾਜੀ ਨਹੀਂ ਬੋਲ ਰਹੇ, ਇਹ ਸਾਰਾ ਹੀ ਨਿਰੰਕਾਰ ਦੀ ਖੇਡ ਵਰਤ ਰਹੀ ਹੈ। ਮਹਾਂਪੁਰਖਾਂ ਨੇ ਬੜੇ ਪਿਆਰ ਵਿੱਚ ਕਿਹਾ ਕਰਨਾ, ਵੱਜਦਾ ਹੈ ਵਾਜਾ ਪੌਣ ਦਾ ਵਜਾਇਆ, ਵੱਜਦਾ ਹੈ ਵਾਜਾ ਪੌਣ ਦਾ ਵਜਾਇਆ, ਵੱਜਦਾ ਹੈ ਬਾਜਾ ਪੌਣ ਦਾ ਵਜਾਇਆ, ਵੱਜਦਾ ਹੈ ਬਾਜਾ ਪੌਣ ਦਾ ਵਜਾਇਆ। ਵੱਜਦਾ ਹੈ ਬਾਜਾ ਪੌਣ ਦਾ ਵਜਾਇਆ, ਵੱਜਦਾ ਹੈ ਵਾਜਾ ਪੌਣ ਦਾ ਵਜਾਇਆ, ਵੱਜਦਾ ਹੈ ਪੌਣ ਦਾ ਵਜਾਇਆ, ਵੱਜਦਾ ਹੈ ਬਾਜਾ ਪੌਣ ਦਾ ਵਜਾਇਆ, ਵੱਜਦਾ ਹੈ ਬਾਜਾ ਪੌਣ ਦਾ ਵਜਾਇਆ। ਬਾਜਾ ਪੌਣ ਦਾ ਵਜਾਇਆ, 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 ਵਾਹ ਵੀ ਵਾਹ। ਯਾਰੇ ਪੌਣ ਦਾ ਵਜਾਇਆ, ਬਾਜਾ ਪੌਣ ਦਾ ਵਜਾਇਆ, ਵਜਾਇਆ ਬਾਜਾ ਪੌਣ ਦਾ ਵਜਾਇਆ। ਵੱਜਦਾ ਹੈ ਵਾਜਾ ਪੌਣ ਦਾ ਵਜਾਇਆ, ਵੱਜਦਾ ਹੈ ਪੌਣ ਦਾ ਵਜਾਇਆ, ਹੈ ਬਾਜਾ ਪੌਣ ਦਾ ਵਜਾਇਆ, ਵੱਜਦਾ ਹੈ ਬਾਜਾ ਪੌਣ ਦਾ ਵਜਾਇਆ। ਬਾਜਾ ਪੌਣ ਦਾ ਵਜਾਇਆ, ਵੱਜ ਰਿਹਾ ਨਾ ਬਾਜਾ, ਦੇਖੋ ਪੌਣ ਦੇ ਵੱਜ ਰਹੇ। ਜਿਵੇਂ ਪੈਂਚਰ ਹੋ ਗਿਆ ਇਹ ਸਰੀਰ, ਟਾਇਰ ਉਹਦੀ ਖੜ ਜਾਣੀ ਹੈ, ਬੋਲੇ ਗੱਡੀ ਨੇ ਰੁਕ ਜਾਣਾ ਹੈ ਉਹਦੀ। ਇਹ ਵੀ ਇੱਕ ਸਰੀਰ ਰੂਪੀ ਆਤਮਾ ਨੂੰ, ਇੱਕ ਸਾਨੂੰ ਗੁਰਮੁਖੋ ਬਾਡੀ ਗੱਡੀ ਦਾ ਸਹਾਰਾ ਮਿਲਿਆ ਹੋਇਆ ਹੈ ਸਰੀਰ ਕਰਕੇ, ਜੋ ਚੱਲਣ ਫਿਰਨ ਵਾਸਤੇ ਲੱਤਾਂ ਲੱਗੀਆਂ ਨੇ, ਹੱਥ ਪੈਰ ਕੰਮ ਕਰਨ ਵਾਸਤੇ ਹੱਥ ਲੱਗੇ ਨੇ,
ਬੋਲਣ ਵਾਸਤੇ ਮੁਖ ਲੱਗਿਆ, ਜੇਬਾ ਲੱਗੀ ਹੋਈ ਹੈ। ਇਸ ਕਰਕੇ ਵਾਹਿਗੁਰੂ ਨੂੰ ਅਨੁਭਵ ਕਰਨਾ ਹੈ, ਵਾਹਿਗੁਰੂ ਦੀ ਵਡਿਆਈ ਕਰਨੀ ਹੈ। ਕਿਉਂਕਿ ਵਾਹਿਗੁਰੂ ਦੀ ਵਡਿਆਈ ਕਰਨ ਵਾਸਤੇ ਹੀ ਸਾਨੂੰ ਇਸ ਸਰੀਰ ਦਾ ਆਨੰਦ ਪ੍ਰਾਪਤ ਹੋਇਆ ਹੈ। ਜੇ ਅਸੀਂ ਆਪਣੇ ਆਪ ਹੀ ਖੋ ਗਏ, ਆਪਣੇ ਆਪ ਦੇ ਨਹੀਂ ਪਤਾ ਲੱਗਿਆ ਵੀ ਅਸੀਂ ਕੌਣ ਹਾਂ, ਕੀ ਹਾਂ। ਜੇ ਦੁਰਲਭ ਦੇ ਲੈ ਕੇ, ਮਨੁੱਖਾ ਦੇ ਲੈ ਕੇ, ਸਰੀਰ ਲੈ ਕੇ ਤੋਂ ਕੋਈ ਚੰਗਾ ਹੀ ਕੰਮ ਨਾ ਕਰਵਾਇਆ, ਕੋਈ ਸ੍ਰੇਸ਼ਟ ਕੰਮ ਹੀ ਨਾ ਕੀਤਾ ਇਸ ਸਰੀਰ ਦੇ ਆਸਰੇ, ਫਿਰ ਤਾਂ ਨਖਿੱਧ ਜੀ ਕੰਮ ਕਰਕੇ ਚਲਿਆ ਗਿਆ। ਫਿਰ ਤਾਂ ਮਹਾਰਾਜ ਨੇ ਤੈਨੂੰ ਵੀ ਲਾਹਣਤਾਂ ਪਾਉਣੀਆਂ ਨੇ ਵੀ ਹੇ ਭਲਿਆ ਪੁਰਸ਼ਾ, ਤੈਨੂੰ ਮੈਂ ਆਪਣੀ ਅੰਸ਼ ਦੇ ਕੇ, ਆਪਣਾ ਸਰੀਰ ਦੇ ਕੇ, ਆਪਣਾ ਸਰੂਪ ਦੇ ਕੇ ਭੇਜਿਆ ਸੀ ਦੁਨੀਆ ਤੇ। ਤੂੰ ਤਾਂ ਐਵੇਂ ਮੁੜੇ ਆਇਆ, ਵਿਕਾਰ ਕਮਾ ਕੇ ਹੀ, ਕੁਕਰਮ ਕਮਾ ਕੇ ਹੀ ਮੁੜੇ ਆਇਆ। ਇਸ ਕਰਕੇ ਸਾਨੂੰ ਮਹਾਰਾਜ ਨੇ ਕੁਕਰਮਾਂ ਤੋਂ ਸੁਚੇਤ ਕੀਤਾ, ਹਦਾਇਤ ਕੀਤੀ ਹੈ ਕਿ ਕੁਕਰਮਾਂ ਤੋਂ, ਮਾੜੇ ਭੈੜੇ ਕੁਕਰਮਾਂ ਤੋਂ, ਮਾੜੇ ਲੱਛਣਾਂ ਤੋਂ ਬਚ ਕੇ, ਨਖਿੱਧ ਕੰਮਾਂ ਤੋਂ ਬਚ ਕੇ ਇੱਕ ਸ਼ੁਭ ਕੰਮ ਕਰ ਲੈ। ਜੋ ਉਹ ਕੰਮ ਕੀ ਹੈ? ਪਰਮੇਸ਼ਰ ਵਾਹਿਗੁਰੂ ਦੇ ਲੜ ਲੱਗਣਾ, ਪਰਮੇਸ਼ਰ ਦੀ ਉਪਮਾ ਕਰਨੀ। ਇਸ ਕਰਕੇ ਹੀ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਸਮਝਾ ਰਹੇ ਨੇ ਕਿ ਇਹ ਤਾਂ ਪਾਉਣ ਦਾ ਬਜਾਇਆ ਵੱਜ ਰਿਹਾ ਹੈ। ਇੱਦਾਂ ਸਵਾਸ ਨਿਕਲ ਗਏ ਨੇ, ਉਹਦੀ ਨਿਕਲ ਜਾਣਾ, ਆਪ ਹੀ ਤੇ ਮਿੱਟੀ ਬਣ ਜਾਣੀ ਹੈ। ਸਾਹਮਣੇ ਵੀ ਸਾਡੀਆਂ ਮਾਈਆਂ ਕਿਤੇ ਬਾਹਾਂ ਮਰੋੜੀ ਜਾਂਦੀਆਂ ਨੇ, ਕਿਤੇ ਲੱਤਾਂ, ਕਿਤੇ ਗਰਦਨ ਆਏ ਘੁਮਾਦੀ, ਕਿਤੇ ਇੱਧਰ ਘੁਮਾਦੀ, ਕਿਤੇ ਆਵਾਜ਼ ਆਈ ਹੈ। ਆਵਾਜ਼ ਤਾਂ ਆਵੇ ਜੀ ਉਹਦੇ ਵਿੱਚ ਹੋਵੇ ਕੁਛ, ਉਹਦਾ ਹੁਣ ਮਿੱਟੀ ਦਾ। ਮਾਟੀ ਕੋ ਪੂਤਲਾ ਕੈਸੇ ਨਜ਼ਤ ਹੈ। ਇਹ ਕਾਲਪੁਰਖ ਵਾਹਿਗੁਰੂ ਨੇ ਸਾਰੀ ਮਾਇਆ ਵਰਤਾਈ ਹੋਈ ਹੈ। ਮਹਾਰਾਜ ਕਹਿੰਦੇ ਸਭਨਾ ਸਹੁਰੇ ਵੰਜਨਾ ਸਭ ਮੁਕਲਾਵਣ ਹਾਰ। ਸਭ ਨੇ ਗੁਰਮੁਖੋ ਇੱਕ ਦਿਨ ਜਾਗੀ ਖੇੜਾ ਛੁੱਟਣਾ ਹੈ। ਜੇ ਹੁਣ ਕੋਈ ਨਵੀਂ ਨਵੀਂ ਬੀਬੀ ਵਿਆਹੀ ਹੋਈ ਪੇਕੇ ਆਉਂਦੀ ਹੈ ਨਾ, ਪੇਕੇ ਆਉਂਦੀ ਹੈ, ਉਹਨੂੰ ਬੜਾ ਚਾਅ ਹੁੰਦਾ ਮੈਂ ਪੇਕੇ ਆਈ ਹਾਂ। ਜਿਹਦੇ ਸਹੁਰੇ ਘਰ ਦੁਬਾਰਾ ਜਾਣਾ ਹੁੰਦਾ ਉਹਦੇ ਫਿਰ ਮੂੰਹ ਜਿਹਾ ਲਟਕਾ ਲੈਂਦੀ ਹੈ ਵੀ ਹੁਣ ਜਾਣਾ ਪੈਣਾ ਹੈ। ਬੋਲੋ ਸਤਿਨਾਮ। ਐਸੇ ਤਰ੍ਹਾਂ ਮਹਾਰਾਜ ਕਹਿੰਦੇ ਆਪਾਂ ਇੱਥੇ ਪੇਕੇ ਘਰ ਥੋੜ੍ਹਾ ਚਿਰ ਹੀ ਰਹਿਣਾ ਹੈ। ਪੇਕੜੇ ਦਿਨ 4 ਹੈ, ਸਹੁਰੜੇ ਜਾਣਾ। ਪੇਕਿਆਂ ਦੇ ਤਾਂ 4 ਦਿਨ ਹੀ ਸੁਹਾਵਣੇ ਹੁੰਦੇ ਨੇ, ਲਾੜ ਪਿਆਰ 4 ਦਿਨ ਦਾ ਹੁੰਦਾ, ਪਰ ਜਾਗੇ ਤਾਂ ਕਿਸੇ ਦੇ ਧੀ ਨਹੀਂ ਚੱਲਣਾ ਪੈਣਾ। ਫਿਰ ਜਾ ਕੇ ਸਹੁਰਿਆਂ ਦੇ ਬਸ ਪੈਣਾ ਪੈਂਦਾ, ਕੰਮ ਕਾਰ ਕਰਨਾ ਪੈਂਦਾ, ਸਖਤ ਤੋਂ ਸਖਤ ਡਿਊਟੀਆਂ ਕਰਨੀਆਂ ਪੈਂਦੀਆਂ ਨੇ। ਇਸ ਤਰ੍ਹਾਂ ਕਰਕੇ ਸਾਧ ਸੰਗਤ ਜੀ, ਇਸ ਤਰ੍ਹਾਂ ਕਰਕੇ ਮਹਾਰਾਜ ਕਹਿੰਦੇ ਇਹ ਤੇਰਾ ਸਰੀਰ ਹੈ ਨਾ ਜਿਹੜਾ, ਇਹ ਵੀ ਕਿਰਾਏ 'ਤੇ ਮਿਲਿਆ ਹੋਇਆ ਭਲਿਆ। ਇਹਦੇ ਵਿੱਚੋਂ ਵੀ ਤੂੰ ਰਹਿਣ ਬਸੇਰਾ ਕਰਕੇ ਇੱਕ ਦਿਨ ਡਾਰੀ ਮਾਰ ਜਾਣੀ ਹੈ, ਉਹਨੇ ਉੱਡ ਜਾਣਾ ਤੇਰੇ ਵਿੱਚੋਂ। ਫਿਰ ਝਾਕੀ ਜਾਈ, ਫਿਰ ਕੀ ਲਹਾ ਲਵੇਂਗਾ ਜਦੋਂ ਉਹ ਨਿਕਲ ਗਿਆ। ਹੁਣ ਤੈਨੂੰ ਗੁਰਦੁਆਰੇ ਜਾਣ ਦੀ ਵੀ ਸੋਝੀ ਹੈ, ਸੇਵਾ ਕਰਨ ਦੀ ਵੀ ਸੋਝੀ ਹੈ, ਤੇ ਪਰਮੇਸ਼ਰ ਵਾਹਿਗੁਰੂ ਦੀ ਬੰਦਗੀ ਕਰਨ ਦੀ ਵੀ ਸੋਝੀ ਹੈ, ਪਰ ਹੁਣ ਤੂੰ ਲਾਹਾ ਨਹੀਂ ਲੈ ਰਿਹਾ। ਪਰ ਜਦੋਂ ਇੰਦਰੇ ਰੁਕਣੇ ਬੰਦ ਹੋ ਗਏ, ਅੱਖਾਂ ਰੁਕ ਗਈਆਂ, ਜੀਭ ਰੁਕ ਗਈ, ਕੰਨ ਰੁਕ ਗਏ, ਫਿਰ ਕੀ ਕਰੇਗਾ ਭਲਾ? ਫਿਰ ਮਹਾਂਪੁਰਸ਼ਾਂ ਨੇ ਬੜੇ ਪਿਆਰ ਵਿੱਚ ਕਿਹਾ ਕਰਨਾ, 4 ਭਾਵ 2 ਸਿੰਘ ਮੁਖ ਗੁੰਗ ਤਬ ਕੈਸੇ ਗੁਣ ਗਈ ਹੈ। ਹਰ ਬਿਨ ਬੈਲ ਬੈਰਾਨੇ ਹੋਈ ਹੈ। ਹਰੀ ਤੋਂ ਬਿਨਾ, ਪਰਮੇਸ਼ਰ ਤੋਂ ਬਿਨਾ ਫਿਰ ਤੇਰਾ ਜੀਵਨ ਬੈਲ ਬਲਦਾਂ ਵਰਗਾ ਬਣ ਜਾਣਾ, ਪਸ਼ੂਆਂ ਵਰਗਾ ਬਣ ਜਾਣਾ।
ਚਾਰ ਪੈਰ ਲੱਗ ਜਾਣੇ ਨੇ, ਦੋ ਸਿੰਘ, ਮੁਖ ਗੂੰਗਾ ਹੋ ਜਾਣੇ। ਫਿਰ ਕੀ ਕਰੇਗਾ? ਪਹਿਲਾਂ ਫਿਰ ਬਥੇਰੀ ਕੋਸ਼ਿਸ਼ ਕਰੇਗਾ ਮੈਂ ਬੋਲਾਂ, ਪਰ ਜਿਹੜਾ ਤੂੰ ਹੁਣ ਤੋਤੇ ਵਾਂਗੂ ਜ਼ਬਾਨ ਮਾਰਦਾ ਫਿਰਦਾ ਨਾ, ਇਹ ਜ਼ਬਾਨ ਤੋਂ ਕੋਈ ਚੰਗਾ ਕੰਮ ਕਰਾ ਲੈ, ਇਹਨੂੰ ਬੋਲਣ ਵਾਸਤੇ ਚੰਗੇ ਪਾਸੇ ਲਾ ਲੈ, ਨਹੀਂ ਤਾਂ ਹੁਣ ਨਿਖਿੱਧ ਬੋਲੀ ਜਾਂਦਾ, ਕਿਸੇ ਦੀ ਨਿੰਦਿਆ, ਕਿਸੇ ਦੀ ਚੁਗਲੀ, ਕਿਸੇ ਦਾ ਕੁਛ ਇੱਦਾਂ ਕਰਕੇ। ਫਿਰ ਭਗਤ ਕਬੀਰ ਜੀ ਬੜੇ ਪਿਆਰ ਨਾਲ ਕਹਿੰਦੇ, ਜਦ ਗੂੰਗਾ ਮੁੱਗ ਹੋ ਗਿਆ ਤੇਰਾ, ਫਿਰ ਕਿਵੇਂ ਨਾਮ ਜਪੇਗਾ। ਗੂੰਗਾ ਮੁੱਗ ਹੋ ਗਿਆ ਤੇਰਾ, ਫਿਰ ਕਿਵੇਂ ਨਾਮ ਜਪੇਗਾ। ਮੁੱਕ ਹੋ ਗਿਆ ਤੇਰਾ, ਫਿਰ ਕਿਵੇਂ ਨਾਮ ਜਪੇਗਾ। ਜਦੋਂ ਗੂੰਗਾ ਮੁੱਕ ਹੋ ਗਿਆ ਤੇਰਾ, ਫਿਰ ਕਿਵੇਂ ਨਾਮ ਜਪੇਗਾ। ਕਾਈ ਫੇਰ ਕਿਵੇਂ ਨਾਮ ਜਪੇਗਾ। ਜਦ ਗੂੰਗਾ ਮੁੱਗ ਹੋ ਗਿਆ ਤੇਰਾ, ਫਿਰ ਕਿਵੇਂ ਨਾਮ ਜਪੇਗਾ। ਗੂੰਗਾ ਮੁੱਗ ਹੋ ਗਿਆ ਤੇਰਾ, ਫਿਰ ਕਿਵੇਂ ਨਾਮ ਜਪੇਗਾ। ਜਦੋਂ ਗੂੰਗਾ ਮੁੱਕ ਹੋ ਗਿਆ ਤੇਰਾ, ਫਿਰ ਕਿਵੇਂ ਨਾਮ ਜਪੇਗਾ। ਗੂੰਗਾ ਮੁੱਕ ਹੋ ਗਿਆ ਤੇਰਾ, ਪਿਆਰੇ ਫਿਰ ਕਿਵੇਂ। ਵੇ ਫਿਰ ਕਿਵੇਂ ਨਾਮ ਜਪੇਗਾ। ਪਿਆਰੇ ਜੀ ਫਿਰ ਕਿਵੇਂ ਨਾਮ ਜਪੇਗਾ। ਮੇਰੇ ਪਿਆਰੇ ਫਿਰ ਕਿਵੇਂ ਨਾਮ ਜਪੇਗਾ। ਫੇਰ ਕਿਵੇਂ ਨਾਮ ਜਪੇਗਾ। ਉਹ ਪਿਆਰਿਆ ਫੇਰ ਕਿਵੇਂ ਨਾਮ ਜਪੇਗਾ। ਲੈ ਲਿਆ ਗੁਰੂ ਲਾਹਾ ਸਾਰੇ। ਫੇਰ ਕਿਵੇਂ ਨਾਮ ਜਪੇਗਾ। ਗੂੰਗਾ ਮੁੱਗ ਹੋ ਗਿਆ ਤੇਰਾ, ਫਿਰ ਕਿਵੇਂ ਨਾਮ ਜਪੇਗਾ। ਗੂੰਗਾ ਮੁੱਗ ਹੋ ਗਿਆ ਤੇਰਾ, ਫਿਰ ਕਿਵੇਂ ਨਾਮ ਜਪੇਗਾ। ਗਿਆ ਤੇਰਾ ਫੇਰ ਕਿਵੇਂ ਨਾਮ ਜਪੇਗਾ। ਜਦੋਂ ਗੂੰਗਾ ਮੁੱਕ ਹੋ ਗਿਆ ਪਿਆਏ ਫੇਰ ਕਿਵੇਂ ਨਾਮ ਜਪੇਗਾ। ਫੇਰ ਕਿਵੇਂ ਨਾਮ ਜਪੇਗਾ। ਜਦੋਂ ਨਖਿੱਧ ਜੀ ਜੂਨ ਵਿੱਚ ਆ ਗਿਆ, ਫਿਰ ਤਾਂ ਨਾਮ ਜਪਿਆ ਨਹੀਂ ਜਾਣਾ। ਹੁਣ ਆਪਾਂ ਕਿੰਨੇ ਕੁ ਬਲਦ ਲੈ ਕੇ ਆਉਂਦੇ ਆ। ਪਹਿਲਾਂ ਕਿਤੇ ਕੀਰਤਨ ਸੁਣਾਉਣ ਵਾਸਤੇ ਕੋਈ ਗਾਂ ਖੋਲ੍ਹ ਕੇ ਲਿਆਇਆ ਹੋਵੇ, ਮੱਝ ਖੋਲ੍ਹ ਕੇ ਲਿਆਇਆ ਹੋਵੇ, ਲਿਆਇਆ ਕੋਈ ਵੀ, ਚੱਲ ਤੈਨੂੰ ਵੀ ਦੀਵਾਨ ਸੁਣਾ ਲਿਆਵਾਂਗੇ। ਜੇ ਲੈ ਆਏ ਤਾਂ ਇੱਥੇ ਸਾਰਿਆਂ ਨੂੰ ਦਲੜ ਕੇ ਬਾੜ ਦੂ। ਬੋਲੋ ਸਤਿਨਾਮ। ਵਾਹ ਪਸ਼ੂਆਂ ਦਾ ਤਾਂ ਇਹੋ ਜਿਹੀ ਸੁਭਾਅ ਹੁੰਦਾ ਨਾ, ਕੋਈ ਕੁੱਤਾ ਬੜੇ, ਕੋਈ ਸੱਪਾ ਬੜੇ, ਪਰ ਉਹ ਨਖਿੱਧ ਜੂਨੀਆਂ ਨੇ, ਉਹਨਾਂ ਨੂੰ ਇੱਥੇ ਆਉਣ ਦਾ ਹੁਕਮ ਹੀ ਨਹੀਂ ਹੈ। ਬੋਲੋ ਸਤਿਨਾਮ। ਵਾਹਿਗੁਰੂ। ਇਸ ਕਰਕੇ ਸਾਨੂੰ ਵਾਹਿਗੁਰੂ ਨੇ ਸੁਨਹਿਰੀ ਮੌਕਾ ਦਿੱਤਾ ਹੋਇਆ ਹੈ।
ਸੁਨਹਿਰੀ ਮੌਕਾ ਕੀ ਹੈ? ਸਾਨੂੰ ਸਰੀਰ ਮਿਲਿਆ ਹੋਇਆ। ਇਸ ਸਰੀਰ ਕਰਕੇ ਸੰਗਤ 'ਚ ਵੀ ਆ ਸਕਦੇ ਹਾਂ, ਇਸ ਸਰੀਰ ਕਰਕੇ ਸੇਵਾ ਵੀ ਕਰ ਸਕਦੇ ਹਾਂ, ਇਸ ਸਰੀਰ ਕਰਕੇ ਬੋਲ ਕੇ ਬਾਣੀ ਵੀ ਪੜ੍ਹ ਸਕਦੇ ਹਾਂ। ਹੋਰ ਜੂਨਾਂ ਨੂੰ ਗੁਰਮੁਖੋ ਇਹ ਸੇਵਾ ਪ੍ਰਾਪਤ ਨਹੀਂ ਹੋ ਸਕਦੀ। ਇੱਦਾਂ ਕਰਕੇ ਹੀ ਸਾਨੂੰ ਮਹਾਰਾਜ ਸਮਝਾ ਰਹੇ ਨੇ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹੋ ਤੇਰੀ ਵਰੀ ਆ। ਗੋਬਿੰਦ ਨੂੰ ਮਿਲਣ ਦੀ ਇਹੋ ਹੀ ਵਾਰੀ ਹੈ, ਹੋਰ ਸਮਾਂ ਨਹੀਂ ਤਾਂ ਫਿਰ ਤੁਰ ਜਾਣਾ ਦੁਨੀਆ ਤੋਂ, ਸੰਸਾਰ ਤੋਂ। ਫਿਰ ਪਛਤਾਹੇ ਕਿਆ ਹੋਤ ਹੈ ਜਬ ਚਿੜੀਆਂ ਚੁਗੀ ਖੇਤ। ਫਿਰ ਤਾਂ ਚਿੜੀਆਂ ਨੇ ਵੀ ਚੁਗ ਲਿਆ। ਸਿਆਣਾ ਕਿਸਾਨ ਹੈ, ਉਹਨੇ ਵੀ ਬਾਗੇ ਸੁਹਾਗਾ ਮਾਰ ਦੇਣੇ। ਬੀਜ ਦੇ ਉੱਪਰ ਮਿੱਟੀ ਪੈ ਜਾਂਦੀ ਹੈ, ਬਚ ਜਾਂਦਾ ਹੈ। ਜੇ ਕਿਸਾਨ ਇਕੱਲਾ ਬੀਜ ਪਾ ਕੇ ਬੀਜ ਕੇ ਤੁਰੇ ਆਵੇ, ਫਿਰ ਤਾਂ ਜਿਹੜੇ 4 ਮਣ ਪਾਏ ਨੇ ਉਹ ਚੁਗ ਲੈਣਗੇ ਜਾਨਵਰ। ਇਹਦਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਣ ਬੱਦੇ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਈ। ਹੁਣ ਬੱਤ ਹੈ, ਬੱਤ ਦੱਬਣੀ ਚਾਹੀਦੀ ਹੈ। ਬੱਤ ਕੀ ਹੈ? ਉਮਰ ਹੈ। ਹੁਣ ਆ ਬੱਚੀਆਂ ਬੈਠੀਆਂ ਨੇ, ਸਾਡੇ ਬੱਚੇ ਬੈਠੇ ਨੇ। ਹੁਣ ਇਹ ਜ਼ਿਆਦਾ ਲੁਕਣ ਦੀ ਕੋਸ਼ਿਸ਼ ਕਰਦੇ ਨੇ। ਜੇ ਇਹਨਾਂ ਨੂੰ ਕਹਿ ਦਈਏ ਵੀ ਭਾਈ ਨਿਤਨੇਮ ਕਰ ਲਿਆ ਕਰੋ, ਇਹ ਫਿਰ ਲੁਕਦੇ ਜਿਹੇ ਨੇ, ਦੇਹ ਲੁਕਾਉਂਦੇ ਨੇ। ਪਰ ਜਦੋਂ ਇਹ ਸਰੀਰ ਦੀ ਥੋੜ੍ਹੀ ਜਿਹੀ ਕਦਰ ਹੋ ਗਈ, ਪਛਾਣ ਆ ਗਈ ਵੀ ਮਨਾ ਤੂੰ ਕਿਹੜੇ ਕੰਮ ਵਾਸਤੇ ਆਇਆ, ਫਿਰ ਪਛਤਾਉਣਾ ਪੈਂਦਾ। ਹੁਣ ਅਸੀਂ ਚਾਹੁੰਦੇ ਹਾਂ ਵੀ ਸਾਰੀ ਸਾਰੀ ਰਾਤ ਦਾ ਚੌਂਕੜਾ ਲਾਈਏ ਬੈਠੀਏ, ਪਰ ਹੁਣ ਘੰਟਾ ਕੁ ਬਹਿ ਕੇ ਲੱਕ ਦੁਖਣ ਲੱਗ ਜਾਂਦਾ, ਸਰੀਰ ਥੱਕ ਜਾਂਦਾ। ਪਰ ਜਦੋਂ ਸਾਰੀ ਸਾਰੀ ਰਾਤ ਚੌਂਕੜਾ ਲਾਉਣ ਦਾ ਟਾਈਮ ਸੀ, ਉਦੋਂ 2-2 ਰਜਾਈਆਂ ਲੈ ਕੇ ਸਮਾਨਗਾ ਤਾਂ ਵੀ ਪਏ ਰਹੋ, ਖਾ ਲਿਆ ਪੀ ਲਿਆ ਸੌਂ ਲਿਆ। ਉਹ ਸਾਰੇ ਹੀ ਪਾਸੇ ਇੱਧਰਲੇ ਪਾਸੇ ਲੰਘਾ ਦਿੱਤਾ। ਅਤੇ ਸਵਾਸ ਘਟਦੇ ਜਾ ਰਹੇ ਨੇ ਅਤੇ ਨਾਮ ਦੀ ਲੋਚ ਵੱਧਦੀ ਜਾ ਰਹੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਸਾਰੇ ਕੰਮ ਹੀ ਜਵਾਨੀ ਦੇ ਚਾਹੀਦੇ ਨੇ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕੱਥੂ ਨੰਗਲ ਬਾਬਾ ਬੁੱਢਾ ਸਾਹਿਬ ਦਾ ਨਗਰ ਹੈ, ਬਾਬਾ ਬੁੱਢਾ ਸਾਹਿਬ ਜੀ ਦਾ। ਇਹ ਧਰਤੀਆਂ 'ਤੇ ਧੰਨ ਗੁਰੂ ਨਾਨਕ ਦੇਵ ਜੀ ਤਾਰਨ ਵਾਸਤੇ ਗਏ ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਰ-ਬਾਰ ਆਸਣ ਲਾ ਲਿਆ। ਬਾਬਾ ਬੁੱਢਾ ਜੀ, ਜਿਹਨਾਂ ਨੂੰ ਅਸੀਂ ਬ੍ਰਹਮ ਗਿਆਨੀ ਕਹਿੰਦੇ ਹਾਂ, ਬਾਬਾ ਬੁੱਢਾ ਜੀ, ਉਹਨਾਂ ਦਾ ਨਾਮ ਸੀ ਬੁੱਢਾ। ਬੁੱਢਾ ਤਾਂ ਸੀ ਕਿ ਉਹ ਬੜੇ ਸਿਆਣੇ ਪੁਰਸ਼ਾਂ ਵਾਲੀਆਂ ਗੱਲਾਂ ਕਰਦਾ ਸੀ। ਗੁਰੂ ਨਾਨਕ ਨੇ ਨਾਮ ਰੱਖਿਆ ਸੀ ਕਿ ਭਾਈ ਨਾਂ ਕੀ ਹੈ ਤੇਰਾ? ਕਹਿੰਦਾ ਜੀ ਬੂੜਾ। ਮਹਾਰਾਜ ਕਹਿੰਦੇ ਨਾਮ ਵੀ ਬੂੜਾ ਹੈ ਅਤੇ ਗੱਲਾਂ ਵੀ ਬੁੱਢਿਆਂ ਵਾਲੀਆਂ ਨੇ, ਬੜੀਆਂ ਸਿਆਣੀਆਂ ਗੱਲਾਂ ਕਰਦੇ ਆ। ਬੈਠੇ ਰਹੇ। ਮਹਾਰਾਜ ਪੁੱਛਦੇ ਨੇ, ਕਹਿੰਦੇ ਕੀ ਚਾਹੁੰਦਾ? ਕਹਿੰਦਾ ਮਹਾਰਾਜ ਸਭ ਤੋਂ ਵੱਧ ਮਰਨੇ ਤੋਂ ਡਰ ਲੱਗਦਾ, ਮੌਤ ਤੋਂ ਡਰ ਲੱਗਦਾ ਹੈ। ਮਹਾਰਾਜ ਕਹਿੰਦੇ ਅੱਛਾ, ਮਰਨੇ ਤੋਂ ਡਰ ਲੱਗਦਾ? ਕਹਿੰਦੇ ਤਾਂ ਭਲਿਆ ਪੁਰਸ਼ਾ ਸਚਾਈ ਹੈ, ਟਲ ਸਚਾਈ ਹੈ। ਤਾਂ ਇੱਕ ਦਿਨ ਜੋ ਆਇਆ ਸੋ ਚੱਲ ਸੀ। ਸਭ ਕੋਈ ਆਈ ਵਾਰੀ ਹੈ, ਇਹ ਤਾਂ ਸਾਰਿਆਂ ਨੇ ਜਾਣਾ। ਰਾਣਾ ਰੋ ਨਾ ਗੁਰ ਹੈ, ਰੰਗ ਨਾ ਤੁੰਗ ਬਖੀਰ, ਬਾਰੀ ਆਪੋ ਆਪਣੀ ਕੋਈ ਨਾ ਬੰਦੇ। ਕਹਿੰਦੇ ਕਿੱਥੋਂ ਲੱਗੀ ਲਗਨ ਹੈ ਬਾਲਕ, ਹੈ ਬੱਚੇ, ਕਿੱਥੋਂ ਲੱਗੀ ਹੈ ਤੈਨੂੰ ਲਗਨ? ਕਹਿਣ ਲੱਗਿਆ ਮਹਾਰਾਜ ਮੈਂ ਛੋਟਾ ਜਿਹਾ ਸੀ ਘਰੇ, ਮੇਰੇ ਮਾਤਾ ਜੀ ਕਹਿਣ ਲੱਗੇ ਪੁੱਤਰ ਅੱਗ ਮਚਾ ਲੈ ਚੁੱਲ੍ਹੇ 'ਚ। ਮੈਂ ਆਟਾ ਗੁੰਨ ਲੈਂਦੀ ਹਾਂ, ਹੋਰ ਕੰਮ ਕਰ ਲੈਂਦੀ ਹਾਂ, ਫਿਰ ਮੈਂ ਤੇਰੇ ਛਕਣ ਲਈ ਪ੍ਰਸਾਦਾ ਪਾਣੀ ਚਾਹ ਪਾਣੀ ਤਿਆਰ ਕਰਾਂਗੀ, ਤੂੰ ਇਹਨੇ ਅੱਗ ਮਚਾ ਲੈ। ਅਤੇ ਬਾਬਾ ਬੁੱਢਾ ਜੀ ਛੋਟੀ ਜਿਹੀ ਉਮਰ ਹੈ,
6 ਸਾਲ ਦੇ ਹੋਣਗੇ, 5 ਦੇ ਹੋਣਗੇ, 8 ਦੇ ਹੋਣਗੇ। ਕਹਿੰਦੇ ਮੈਂ ਮੋਟੀਆਂ ਮੋਟੀਆਂ ਲੱਕੜਾਂ ਦੇ ਨਾਲ ਸਾਰਾ ਚੁੱਲ੍ਹਾ ਹੀ ਭਰ ਲਿਆ। ਚੁੱਲ੍ਹੇ 'ਚ ਮੋਟੀਆਂ ਮੋਟੀਆਂ ਲੱਕੜਾਂ ਲੱਗ ਗਈ। ਗੋਹਾ ਆਦਿਕ ਦੱਬਿਆ ਸੀ ਜਿਹੜਾ, ਉਹ ਰੱਖ ਲਿਆ। ਧੂੰਆਂ ਧਾਰ ਹੋ ਗਿਆ। ਮੈਂ ਫੂਕਾਂ ਮਾਰੀ ਜਾਵਾਂ, ਅੱਗ ਮੱਚੇ ਨਾ। ਮੇਰੀ ਮਾਂ ਨੇ ਆਟਾ ਵੀ ਗੁੰਨ ਲਿਆ, ਸਾਰਾ ਕੰਮ ਕਰ ਲਿਆ। ਅੱਗ ਕਹਿਣ ਲੱਗੀ, ਮੇਰੇ ਪੋਲਾ ਜਿਹਾ ਥੱਪੜ ਮਾਰ ਕੇ, ਬੁੱਢੇ ਹੁਣ ਤੱਕ ਅੱਗੇ ਨਹੀਂ ਮੱਚੀ, ਹੁਣ ਤੱਕ ਅੱਗੇ ਨਹੀਂ ਮੱਚੀ। ਮਾਤਾ ਦੀ ਮੱਚੀ ਨਹੀਂ। ਕਹਿਣ ਲੱਗੀ, ਕਮਲਿਆ ਭਲਿਆ, ਅੱਗ ਮੋਟੀਆਂ ਲੱਕੜਾਂ ਨੂੰ ਥੋੜੂ ਲੱਗਦੀ ਹੁੰਦੀ ਹੈ, ਅੱਗ ਤਾਂ ਬਰੀਕ ਲੱਕੜਾਂ ਨੂੰ ਲੱਗਦੀ ਹੁੰਦੀ ਹੈ। ਬੋਲੋ ਸਤਿਨਾਮ। ਛੋਟੀਆਂ ਲੱਕੜੀਆਂ ਨੂੰ ਅੱਗ ਛੇਤੀ ਲੱਗਦੀ ਹੈ। ਉੱਥੇ ਮੈਨੂੰ ਵਿਰਾਗ ਹੋ ਗਿਆ ਵੀ ਜੇ ਅੱਗ ਛੋਟੀਆਂ ਲੱਕੜਾਂ ਨੂੰ ਲੱਗ ਸਕਦੀ ਹੈ ਤਾਂ ਮੌਤ ਵੀ ਛੋਟੀ ਉਮਰ 'ਚ ਆ ਸਕਦੀ ਹੈ। ਦੇਖੋ, ਇੱਕ ਬ੍ਰਹਮ ਗਿਆਨ ਦਾ ਸ਼ੁਰੂਆਤ ਹੋਣਾ, ਬ੍ਰਹਮ ਗਿਆਨ, ਉੱਥੋਂ ਵਿਰਾਗ ਲੱਗ ਗਿਆ। ਸੱਚੇ ਪਾਤਸ਼ਾਹ ਜੀ ਮੇਰੇ ਤੇ ਕਿਰਪਾ ਕਰੋ, ਮੇਰਾ ਇਹ ਡਰ ਦੂਰ ਕਰੋ। ਮਹਾਰਾਜ ਕਹਿੰਦੇ, ਬੁੜੇ ਤੇਰੇ ਤਾਂ ਵੱਡੀ ਕਿਰਪਾ ਹੋਣੀ ਹੈ, ਤੇ ਤਾਂ ਬੜਾ ਆਨੰਦ ਵਰਤਾਉਣਾ ਹੈ, ਤੇਰੇ ਤੇ ਤਾਂ ਬੜਾ ਸਤਿਗੁਰੂ ਦਾ ਆਸ਼ੀਰਵਾਦ ਹੈ, ਤੇ ਤੂੰ ਤਾਂ ਹਜੇ ਬੜਾ ਕੰਮ ਲੈਣਾ ਹੈ, ਤੂੰ ਤਾਂ ਇਹ ਡਰ ਦੂਰ ਕਰ ਦੇ। ਬੁੜਿਆ ਤੈਂ ਬੜੀ ਸੇਵਾ ਕਰਨੀ ਹੈ। ਇਤਿਹਾਸ ਕਹਿੰਦੇ ਜਦੋਂ ਦਰਸ਼ਨ ਕਰਕੇ ਗੁਰੂ ਨਾਨਕ ਸਾਹਿਬ ਦੇ ਘਰੇ ਗਿਆ ਬਾਬਾ ਬੁੱਢਾ, ਇੰਨਾ ਮਸਤ ਹੋ ਗਿਆ। ਜਿਹੜੇ ਕੀਲੇ ਤੇ ਗਾਂ ਖੜੀ ਸੀ ਉੱਥੇ ਮੱਝ ਬੰਨ੍ਹਤੀ, ਮੱਝ ਵਾਲੀ ਜਗ੍ਹਾ ਤੇ ਗਾਂ ਬੰਨ੍ਹਤੀ। ਇੱਦਾਂ ਮਸਤ ਹੋ ਗਿਆ, ਇੱਕੋ ਹੀ ਗੁਰੂ ਨਾਨਕ ਦੇ ਦੀਦਾਰ ਕਰਕੇ ਮਸਤ ਹੋ ਗਿਆ ਮਨ। ਐਸਾ ਮਨ ਰੰਗਿਆ ਗਿਆ, ਕਿਉਂਕਿ ਹੋ ਗਿਆ ਮਨ, ਹੋ ਗਿਆ ਗੰਗਾ ਦੇ ਨੀਰ ਵਰਗਾ, ਪਵਿੱਤਰ ਹੋ ਗਿਆ ਮਨ। ਭਗਤ ਕਬੀਰ ਜੀ ਬੜੇ ਪਿਆਰ ਨਾਲ ਕਹਿੰਦੇ, ਉਹ ਮਨ ਹੋ ਗਿਆ ਗੰਗਾ ਦੇ ਨੀਰ ਵਰਗਾ, ਪਿੱਛੇ ਲੱਗਿਆ ਰਾਮ ਬਿਰੇ। ਹੋ ਗਿਆ ਗੰਗਾ ਦੇ ਨੀਰ ਵਰਗਾ, ਪਿੱਛੇ ਲੱਗਿਆ ਰਾਮ ਬਿਰੇ। ਗੱਜ ਕੇ ਬੋਲਿਆ ਕਰੋ ਸਾਰੇ। ਮਨ ਹੋ ਗਿਆ ਗੰਗਾ ਦੇ ਨੀਰ ਵਰਗਾ, ਪਿੱਛੇ ਲੱਗਿਆ ਰਾਮ ਬਿਰੇ। ਹੋ ਗਿਆ ਗੰਗਾ ਦੇ ਨੀਰ ਵਰਗਾ, ਪਿੱਛੇ ਲੱਗਿਆ ਰਾਮ ਬਿਰੇ। ਐਸਾ ਮਨ ਨਿਰਮਲ ਹੋ ਗਿਆ, ਮਾਂ ਪਿਓ ਨੂੰ ਤਾਂ ਹੁਣ ਐ ਲੱਗਣ ਲੱਗ ਗਿਆ ਵੀ ਸਿੱਧਰਾ ਹੋ ਗਿਆ, ਪਤਾ ਨਹੀਂ ਕਿੱਥੇ ਜਾ ਆਇਆ। ਪੁੱਠੇ ਸਿੱਧੇ ਕੰਮ ਕਰੀ ਜਾਂਦਾ ਹੈ। ਇੱਧਰ ਉਹ ਗੱਡੀ ਬੰਨ੍ਹਤੀ, ਇੱਧਰ ਬੱਸੀ ਬੰਨ੍ਹਤੀ, ਇੱਧਰ ਬੱਸੀ ਬੰਨ੍ਹਤੀ, ਇੱਧਰ ਗੱਡੀ ਬੰਨ੍ਹਤੀ।
ਮਾਤਾ ਪੁੱਛਦੀ ਹੈ ਕਿ ਤੂੰ ਹੋ ਕੀ ਗਿਆ, ਤੈਨੂੰ ਤੂੰ ਸਦਾਈ ਕਿਉਂ ਹੋ ਗਿਆ, ਚੰਗਾ ਭਲਾ ਕੰਮ ਕਰਦਾ ਸੀ ਭਲਿਆ, ਇਹ ਕੀ ਹੋ ਗਿਆ, ਤੂੰ ਆਏ ਉਲਟ ਕੰਮ ਕਰੀ ਜਾਂਦਾ। ਕਹਿਣ ਲੱਗਿਆ ਮਾਤਾ ਜੋ ਮੈਨੂੰ ਹੋ ਗਿਆ ਸੋ ਹੋ ਗਿਆ, ਤੈਨੂੰ ਨਹੀਂ ਪਤਾ ਲੱਗ ਸਕਦਾ ਕੀ ਹੋ ਗਿਆ। ਮੇਰੇ ਤੇ ਕਿਰਪਾ ਹੋ ਗਈ ਮੇਰੇ ਸਤਿਗੁਰਾਂ ਦੀ, ਮੇਰਾ ਜੀਵਨ ਨਹੀਂ ਬਦਲਤਾ ਉਹਨਾਂ ਨੇ। ਸਵੇਰੇ ਉੱਠਿਆ ਸਾਜਰੇ, ਦੁੱਧ ਚੋਇਆ ਤੇ ਚੰਗੀ ਮੱਖਣੀ ਪ੍ਰਸਾਦੇ ਮਿਸੇ ਬਣ ਕੇ ਪੋਟਲੀ 'ਚ ਮਾਤਾ ਦੇ ਬਿਨਾਂ ਦੱਸੇ ਤੂੰ ਲੈ ਗਿਆ। ਬਾਹਰ ਫਿਰ ਬੈਠੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਲਓ ਮਹਾਰਾਜ ਜੀ ਦੁੱਧ ਸਕੋ, ਮੱਖਣ ਮਿਸੇ ਪ੍ਰਸਾਦੇ ਮੈਂ ਲੈ ਕੇ ਆਇਆ। ਮਹਾਰਾਜ ਕਹਿੰਦੇ ਘਰੋਂ ਦੱਸ ਕੇ ਨੇ ਆਇਆ, ਇਹ ਜਿਹੜਾ ਤੂੰ ਸਾਨੂੰ ਸਕਣ ਵਾਸਤੇ ਮਿੱਸੇ ਮੱਖਣੀ ਦੁੱਧ ਜਿਹੜਾ ਲੈ ਕੇ ਆਇਆ ਪੁੱਛ ਕੇ ਨਹੀਂ ਆਇਆ? ਕਹਿੰਦਾ ਜੀ ਪੁੱਛ ਕੇ ਤਾਂ ਨਹੀਂ ਆਇਆ ਮੈਂ। ਕਹਿੰਦੇ ਵਿਅਸ ਤਾਂ ਸਕਦੇ ਨਹੀਂ, ਜੇ ਤੂੰ ਬਿਨਾਂ ਪੁੱਛੇ ਤੂੰ ਆਇਆ, ਬਿਨਾਂ ਦੱਸੇ ਤੂੰ ਆਇਆ, ਫੇਰ ਨਹੀਂ ਸਕਦੇ। ਕਹਿੰਦਾ ਮਹਾਰਾਜ ਬਸ ਮੇਰਾ ਤਾਂ ਜਿਹੜਾ ਕੱਲ੍ਹ ਦਾ ਜਾ ਕੇ ਹਾਲ ਹੋਇਆ ਬਸ ਮੈਨੂੰ ਹੀ ਪਤਾ ਹੈ, ਬਸ ਮੈਂ ਤਾਂ ਗਾਣਾ ਹੀ ਖਾਈ ਜਾਣਾ ਘਰ ਦਾ ਕੱਲ੍ਹ ਦਾ, ਮੇਰੇ ਤੋਂ ਤਾਂ ਪਸ਼ੂ ਹੀ ਨਹੀਂ ਲੋਟ ਆ ਰਹੇ, ਕਿਤੇ ਕੁਛ ਬੰਨ੍ਹਤਾ ਕਿਤੇ ਕੁਛ। ਮੇਰੀ ਮਾਤਾ ਨੇ ਕੱਲ੍ਹ ਦੇ ਹੀ ਮੇਰਾ ਥੌਲਾ ਕਰਨਾ ਸ਼ੁਰੂ ਕੀਤਾ ਹੋਇਆ, ਮੇਰੇ 'ਤੇ ਕਿਰਪਾ ਕਰੋ। ਅਤੇ ਹੁਣ ਮੇਰਾ ਮਨ ਸਾਫ਼ ਤਾਂ ਤੁਸੀਂ ਕਰਦਾ, ਹੁਣ ਕੁਛ ਵਸਾ ਤਾਂ ਦਿਓ, ਕਿਰਪਾ ਕਰ ਦਿਓ। ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਦੁੱਧ ਮਿੱਸੇ ਪ੍ਰਸਾਦੇ, ਫਿਰ ਉੱਥੇ ਵਰ ਦਿੱਤਾ, ਬਾਬਾ ਬੁੱਢੇ ਆ ਮਿੱਸਾ ਲੰਗਰ ਸਾਨੂੰ ਜਿਵੇਂ ਸਿਖਾਇਆ ਨਾ, ਮਿੱਸਾ ਲੰਗਰ ਮੱਖਣ ਦੇ ਨਾਲ ਇਹ ਤੇਰੇ ਦਰਾਂ 'ਤੇ ਵੀ ਚੜ੍ਹਿਆ ਕਰਨਗੇ, ਤੇਰੇ ਵਰ ਪੂਰੇ ਹੋਇਆ ਕਰਨਗੇ। ਬਾਬਾ ਬੁੱਢਾ ਜੀ ਨੂੰ ਫਿਰ ਇਹ ਬਚਨ ਹੋਏ। ਫਿਰ ਬਾਬਾ ਬੁੱਢਾ ਜੀ ਦੇ ਸਥਾਨ 'ਤੇ ਹੁਣ ਜਿਹੜਾ ਕੋਈ ਮਿੱਸਾ ਪ੍ਰਸਾਦਾ ਗੰਢੇ ਨਾਲ ਪ੍ਰਸਾਦਾ ਲੱਸੀ ਆਦਿਕ ਛਕਾਇਆ ਆਉਂਦਾ ਨਾ, ਉਹਨਾਂ ਦੇ ਘਰ ਵਿੱਚ ਪੁੱਤਰਾਂ ਦੀਆਂ ਦਾਤਾਂ, ਬਾਬੇ ਬੁੱਢੇ ਨੂੰ ਪੁੱਤਰਾਂ ਦਾ ਦਾਤਾ ਬਣਾ ਦਿੱਤਾ ਬਾਬੇ ਨਾਨਕ ਨੇ। ਫਿਰ ਸੇਵਾ ਚੱਲਦੀ ਰਹੀ, ਬਾਬਾ ਬੁੱਢਾ ਜੀ ਸਿਆਣੇ ਹੁੰਦੇ ਰਹੇ, ਫਿਰ ਗੁਰੂ ਨਾਨਕ ਦੀ ਸੇਵਾ 'ਚ ਲੱਗ ਗਏ, ਫਿਰ ਗੁਰੂ ਅੰਗਦ ਦੇਵ ਜੀ ਦੀ ਸੇਵਾ 'ਚ ਲੱਗ ਗਏ, ਫਿਰ ਤੀਜੇ ਪਾਤਸ਼ਾਹ ਦੀ ਸੇਵਾ 'ਚ ਲੱਗ ਗਏ, ਚੌਥਿਆਂ ਦੇ ਨਾਲ ਵੀ ਰਹੇ, ਪੰਜਵਿਆਂ ਦੇ ਨਾਲ ਵੀ ਰਹੇ, ਫਿਰ ਛੇਵੇਂ ਪਾਤਸ਼ਾਹ ਤੱਕ ਬਾਬਾ ਬੁੱਢਾ ਜੀ ਦੀ ਸੇਵਾ। ਹੁਣ ਜੇ ਤੁਹਾਨੂੰ ਮੈਂ ਉਮਰ ਦੱਸਾਂ, ਸਿੱਖ ਕੌਮ ਦੇ ਵਿੱਚ 2 ਮਹਾਂਪੁਰਸ਼ ਹੋਏ ਨੇ ਜਿਨ੍ਹਾਂ ਦੀ ਸਭ ਤੋਂ ਵੱਡੀ ਉਮਰ ਹੋਈ ਹੈ। ਬਾਬਾ ਬੁੱਢਾ ਜੀ ਦੀ 150 ਸਾਲ ਦੀ ਉਮਰ ਹੋਈ, 150 ਸਾਲ ਦੀ। ਭਗਵਾਨ ਬਾਬਾ ਸ੍ਰੀ ਚੰਦਰ ਜੀਆਂ ਦੀ 151 ਸਾਲ ਦੀ ਹੋਈ। ਗੁਰੂ ਨਾਨਕ ਪਾਤਸ਼ਾਹ ਦੇ ਸੁਪੁੱਤਰ 1 ਸਾਲ ਵੱਡੇ ਸਨ। ਤੇ ਇੱਕ ਹੋਰ ਸ਼ਖਸੀਅਤ ਹੈ ਉਦਾਸੀਨ ਸੰਪਰਦਾ ਦੇ ਵਿਧਾਤਾ ਕਹਾਂ, ਮਹਾਂਪੁਰਖ ਕਹਾਂ, ਜਿਨ੍ਹਾਂ ਨੇ ਬਖਸ਼ੀਸ਼ੇ ਤਖਤ ਰੋੜੇਵਾਲ ਸਾਹਿਬ ਦੀ ਧਰਤੀ 'ਤੇ ਵਰ ਦੇ ਕੇ ਧੰਨ ਬਾਬਾ ਬਲਵੰਤ ਸਿੰਘ ਜੀ ਸਿਹੋੜਾ ਸਾਹਿਬ ਵਾਲੇ ਮਹਾਂਪੁਰਖਾਂ ਨੂੰ, ਉਹਨਾਂ ਦੇ ਗੁਰੂ ਧੰਨ ਧੰਨ ਬਾਬਾ ਪੂਰਨ ਦਾਸ ਜੀਆਂ ਨੂੰ ਵਰ ਦੇ ਕੇ ਤੋਰਿਆ। ਉਹਨਾਂ ਮਹਾਂਪੁਰਖਾਂ ਦੀ ਉਮਰ ਸੀ 321 ਸਾਲ ਦੀ। ਦੇਖੋ ਕਿੱਡੇ ਕਿੱਡੇ ਸਾਡੇ ਧਰਮ ਦੇ ਵਿੱਚ ਗੁਰੂ ਪੀਰ ਮਹਾਂਪੁਰਸ਼ ਹੋਏ ਨੇ ਜਿਨ੍ਹਾਂ ਦੀਆਂ ਉਮਰਾਂ ਵੀ ਬੜੀਆਂ ਵੱਡੀਆਂ। ਫਿਰ ਬਾਬਾ ਬੁੱਢਾ ਜੀ ਦੇ ਜੇ ਪਰਉਪਕਾਰ ਗਿਣੀਏ ਬੜੇ ਜ਼ਿਆਦੇ ਨੇ। ਹੁਣ ਸਮਾਂ ਵੀ ਨੇੜੇ ਨੂੰ ਚੱਲ ਰਿਹਾ ਹੈ, ਤਕਰੀਬਨ ਸੰਗਤਾਂ ਲਾਹਾ ਲੈ ਰਹੀਆਂ ਨੇ। ਗੁਰਮੁਖੋ ਸਤਿਗੁਰੂ ਕਿਰਪਾ ਕਰਦੇ ਨੇ। ਚਲੋ ਬਾਬਾ ਬੁੱਢਾ ਜੀ ਦਾ 150 ਸਾਲ ਦੀ ਉਮਰ ਦੇ ਵਿੱਚ ਜਾ ਕੇ ਜੋਤੀ ਜੋਤ ਸਮਾਉਣਾ, ਸੱਚਖੰਡ ਜਾਣਾ, ਤੇ ਗੁਰਮੁਖੋ ਬਾਬਾ ਬੁੱਢਾ ਜੀ ਦੇ ਸਰੀਰ ਤਿਆਗਣ ਦੀ ਜਦੋਂ ਖਬਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਮਿਲੀ
ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਸਿੱਖੋ, ਇੱਕ ਵਾਰੀ ਪਹਿਲਾਂ ਵੀ ਜ਼ਿਕਰ ਆਉਂਦਾ ਹੈ, ਜਦੋਂ ਬਾਬਾ ਜੀ ਤੁਰਨੋਂ ਰਹਿ ਗਿਆ ਸਰੀਰ, ਕੰਡਮ ਹੋ ਗਏ, ਗੋਡੇ ਦੁਖਣ ਲੱਗ ਗਏ, ਪਰ ਖੇਤ ਦਾ ਕੰਮ ਹਜੇ ਵੀ ਕਰਦੇ ਨੇ। ਬਾਬਾ ਬੁੱਢਾ ਜੀ ਦੀ ਬੀੜ ਅੰਮ੍ਰਿਤਸਰ ਸਾਹਿਬ ਤੋਂ ਤਕਰੀਬਨ 15-20 ਕਿਲੋਮੀਟਰ ਤੇ ਦੂਰੀ ਤੇ ਹੈ। ਉੱਥੋਂ ਜਿੱਥੇ ਗੁਰੂ ਘਰ ਦੀ ਖੇਤੀ ਕਰਦੇ ਸੀ ਬਾਬਾ ਬੁੱਢਾ ਜੀ, ਘਾਹ ਖੋਤਣਾ, ਕਣਕ ਬੀਜਣੀ, ਝੋਨਾ ਲਾਉਣਾ, ਇਹੋ ਜਿਹੇ ਕਾਰੋਬਾਰ ਬਾਬਾ ਬੁੱਢਾ ਜੀ ਦੇ ਵਿਰਸੇ ਵਿੱਚ ਆਏ। ਉੱਥੋਂ ਕਹਿੰਦੇ ਬਾਬਾ ਬੁੱਢਾ ਜੀ ਬੀੜ ਸਾਹਿਬ ਤੋਂ ਤੁਰ ਕੇ ਆਉਂਦੇ ਸੀ ਰੋਜ਼ ਅਕਾਲ ਤਖਤ ਸਾਹਿਬ ਤੇ ਨਮਸਕਾਰ ਕਰਨ ਵਾਸਤੇ ਆਉਂਦੇ ਸੀ। ਬੋਲੋ ਸਤਨਾਮ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਬਾਬਾ ਬੁੱਢਾ ਸਾਹਿਬ ਜੀ ਤੁਰ ਕੇ ਆਉਂਦੇ ਨੇ, ਪਰ ਤੁਰਿਆ ਨਹੀਂ ਜਾਂਦਾ। ਤੁਰਿਆ ਤਾਂ ਹੁਣ ਆਪਾਂ ਤੋਂ ਹਜੇ 50-50, 40-40 ਸਾਲ ਦੇ ਬੈਠੇ ਹਾਂ, ਹਜੇ ਵੀ ਸਹਾਰਾ ਭਾਲਦਿਆਂ ਹੋਣੀ, ਹਜੇ ਕਿਹੜੀਆਂ ਉਮਰਾਂ ਨੇ। ਪਰ ਬਾਬਾ ਬੁੱਢਾ ਜੀ ਦੀ ਉਮਰ 125 ਸਾਲ ਦੀ ਲਿਖੀ ਹੈ। 125 ਸਾਲ ਦੀ ਉਮਰ ਵਿੱਚ ਵੀ ਉਹ ਬਾਬਾ ਬੁੱਢਾ ਸਾਹਿਬ ਦੀ ਬੀੜ ਤੋਂ ਕਾਲ ਤਖਤ ਤੱਕ ਤੁਰ ਕੇ ਆਉਂਦੇ ਨੇ ਸੇਵਾ 'ਚ। ਕਿੰਨੀ ਉਮਰ ਹੈ। ਇੱਕ ਦਿਨ ਬਾਬਾ ਬੁੱਢਾ ਜੀ ਨੂੰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਬਾਬਾ ਜੀ ਹੁਣ ਤੁਹਾਡੀ 130-35 ਸਾਲ ਦੀ ਉਮਰ ਹੋ ਗਈ, ਹੁਣ ਤੁਹਾਨੂੰ ਤੁਰਨਾ ਬੜਾ ਔਖਾ ਹੈ, ਹੁਣ ਤੁਹਾਨੂੰ ਪਾਲਕੀ ਬਣਾ ਦਿੰਦੇ ਆ। ਪਾਲਕੀ ਹੁਣ ਤੁਸੀਂ ਪਾਲਕੀ 'ਚ ਸੁਭਾਏਵਾਨ ਹੋ ਕੇ ਆਇਆ ਕਰੋ, 4 ਸਿੰਘ ਆਪਣੇ ਮੋਢਿਆਂ 'ਤੇ ਚੱਕ ਕੇ ਲਿਆਇਆ ਕਰਨਗੇ। ਮਹਾਰਾਜ ਜੀ ਇਹ ਕਿਉਂ ਤੁਸੀਂ ਇੰਨਾ ਮੇਰਾ ਰਿਸਕ ਲੈਂਦੇ ਹੋ, ਮੇਰਾ ਵਜਨ ਇੰਨਾ ਕਿਉਂ ਚੱਕਦੇ ਹੋ? ਮੈਂ ਕੋਈ ਨਹੀਂ ਆ ਜਾ ਕਰੂੰਗਾ ਤੁਰ ਤਰ ਕੇ। ਕਹਿੰਦੇ ਨਹੀਂ ਬਾਬਾ ਜੀ, ਤੁਸੀਂ ਗੁਰੂ ਨਾਨਕ ਦੇ ਸਿੱਖ ਹੋ, ਸਭ ਤੋਂ ਪਹਿਲਾਂ ਤੁਸੀਂ 5 ਗੁਰੂਆਂ ਦੇ ਦਰਸ਼ਨ ਕਰੇ ਨੇ। ਤੁਹਾਡੇ ਵਰਗੀ ਪਵਿੱਤਰ ਸ਼ਖਸੀਅਤ ਕੋਈ ਨਹੀਂ ਹੈ ਸਿੱਖ ਕੌਮ 'ਚ, ਤੁਸੀਂ ਬੜੇ ਮਹਾਨ ਗੁਰਸਿੱਖ ਹੋ। ਉੱਥੇ ਫਿਰ ਸਾਧ ਸੰਗਤ ਪਾਲਕੀ ਬਣਾਤੀ, ਫਿਰ 4 ਸਿੰਘ ਬਾਬਾ ਬੁੱਢਾ ਜੀ ਨੂੰ ਪਾਲਕੀ 'ਚ ਬਿਠਾ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਾਇਆ ਕਰਨ ਤੇ ਮੋੜ ਕੇ ਲੈ ਜਾਇਆ ਕਰਨ। ਚਲੋ ਇਹ ਵੀ ਲੰਘਿਆ ਸਮਾਂ। ਇੱਕ ਦਿਨ ਮਹਾਰਾਜ ਜੀ ਦਾ ਆਪਣੇ ਜੀ ਕਰਿਆ ਆ ਵੀ ਐਸੇ ਬ੍ਰਹਮ ਗਿਆਨੀ ਸਿੱਖ ਦੀ ਪਾਲਕੀ ਨੂੰ ਮੈਂ ਵੀ ਮੋਢਾ ਲਾਵਾਂ। ਤਖਤਾਂ ਦੇ ਮਾਲਕ ਜੋਧੇ ਬਲਕਾਰੀ 6ਵੇਂ ਪਾਤਸ਼ਾਹ ਮਹਾਰਾਜ ਦੇ ਮਨ ਵਿੱਚ ਲੋਚ ਹੋ ਗਈ, ਖੁਆਇਸ਼ ਹੋ ਗਈ ਕਿ ਮੈਂ ਬਾਬਾ ਬੁੱਢਾ ਜੀ ਜਿਸ ਪਾਲਕੀ ਚਾਹੁੰਦੇ ਨੇ ਨਾ, ਮੈਂ ਮੋਢਾ ਲਾਵਾਂ, ਮੇਰਾ ਜੀ ਕਰਦਾ ਹੈ। ਜੇ ਸਾਹਮਣੇ ਦੀ ਗਿਆ ਫਿਰ ਤਾਂ ਬਾਬੇ ਬੁੱਢੇ ਨੇ ਮੈਨੂੰ ਟੋਕ ਦੇਣਾ ਵੀ ਮਹਾਰਾਜ ਜੀ ਕੀ ਕਰਦੇ ਹੋ, ਮੈਂ ਤਾਂ ਪਹਿਲਾਂ ਹੀ ਬਹੁਤ ਪਾਪੀ ਹਾਂ, ਤੁਸੀਂ ਹੋਰ ਪਾਪ ਚਾੜੀ ਜਾਂਦੇ ਹੋ। ਮਹਾਰਾਜ ਨੇ ਆਪਣੇ ਜਾਣੀ ਲੁਕ ਕੇ ਆਏ ਪਿੱਛੋਂ ਦੀ ਆ ਕੇ ਨਾ, ਪਿਛਲੇ ਸਿੰਘ ਦੇ ਮੋਢੇ 'ਤੇ ਹੱਥ ਲਾ ਕੇ ਇਸ਼ਾਰਾ ਕਰਕੇ ਉਹਨੂੰ ਪਰਾਂ ਕਰਤਾ, ਆਪਣਾ ਮੋਢਾ ਲਾ ਲਿਆ। ਮਹਾਰਾਜ ਬੜੇ ਉੱਚਾ ਸਰੀਰ ਸੀ ਮਹਾਰਾਜ ਦਾ। ਜਦ ਪਾਲਕੀ ਇੱਦਾਂ, ਪਾਲਕੀ ਦਾ ਥੋੜ੍ਹਾ ਜਿਹਾ ਹਿਸਾਬ ਕਿਤਾਬ ਜਿਹਾ ਸੰਤੁਲਨ ਵਿਗੜਿਆ, ਉਰਾਂ ਪਰਾਂ ਦੀ ਹੋਣ ਲੱਗਿਆ, ਡਕਡੋਲੇ ਖਾਣ ਲੱਗਿਆ। ਬਾਬਾ ਬੁੱਢਾ ਜੀ ਆਏ ਪਾਲਕੀ ਬੇਦੀ ਝਾਕ ਕੇ ਕਹਿੰਦੇ, ਮਹਾਰਾਜ ਜਾਂ ਤਾਂ ਮੋਢਾ ਖਟਾ ਲਓ, ਨਹੀਂ ਮੈਂ ਸਾਲ ਮਾਰ ਜਾਣੀ ਹੈ ਵਿੱਚੋਂ। ਬੋਲੋ ਸਤਨਾਮ। ਮਹਾਰਾਜ ਜੀ ਮੈਂ ਇੱਕ ਸਿੱਖ ਗ੍ਰਸਤੀ ਸਿੱਖ, ਤੁਹਾਡੇ ਘਰ ਦਾ ਘਾਹ ਖੋਤਣ ਵਾਲਾ, ਡੰਗਰ ਪਸ਼ੂ ਸਾਂਭਣ ਵਾਲਾ, ਤੁਸੀਂ ਮੈਨੂੰ ਪਹਿਲਾਂ ਪਾਲਕੀ 'ਚ ਬਿਠਾ ਕੇ ਪਾਪ ਕਰਤਾ ਤੇ ਹੁਣ ਦੂਸਰਾ ਕੰਮ ਤੁਸੀਂ ਮੋਢਾ ਲਾ ਕੇ ਮੈਨੂੰ ਹੋਰ ਪਾਪੀ ਬਣਾ ਰਹੇ ਹੋ। ਮਹਾਰਾਜ ਜੀ ਮੈਂ ਤਾਂ ਤੇਰੇ ਘਾਹ ਖੋਤਣ ਵਾਲੀ ਸਿੱਖ ਚੰਗਾ, ਮੈਂ ਤਾਂ ਤੇਰੇ ਘਰ ਦੀ ਸੇਵਾ ਵਿੱਚ ਰਹਿ ਕੇ ਹੀ ਰਾਜੀ ਹਾਂ। ਇੱਦਾਂ ਬਾਬਾ ਬੁੱਢਾ ਜੀ ਦਾ ਜੀਵਨ ਸੀ। ਫਿਰ ਜਦੋਂ ਬਾਬਾ ਬੁੱਢਾ ਜੀ ਸਾਧ ਸੰਗਤ ਸੱਚਖੰਡ ਗਏ ਨਾ,
फिर गुरु हरगोबिंद साहब जी ने अपना मोढा लाया, अर्थी नूं मोढा ला के शमशान घाट तक गीठे तक लेके आए। सारी क्रिया सच्चे पातशाह बाबा जी गुरु हरगोबिंद साहब ने आप करवाई। उस मौके ते धन धन बाबा श्री चंद जी भी मौजूद आए, हाजिर हुए। ऐसे गुरसिख, ऐसे ब्रह्म ज्ञानी सिख धन धन बाबा बुढ़ा जी, जिन्हां दा जीवन बड़ा आनंद वाला है। गुरमुखो सतगुरु कृपा करते हैं। धन धन बाबा बुढ़ा जी, धन सी कमाईओ सिख दी, क्योंकि अज ताईओ जहान मनदा है ना वो लोगों नूं, ताईओ जहान पूजदा है ना, ताईओ आ स्थान ते इन्ना इकट्ठ हो रहा। अज बीबियां दा अथाह इकट्ठ है, भाई बहुत बैठे ने। जे इत्थों कोई चीज़ां प्राप्त होंदियां ने महापुरखां तो कुछ प्राप्त हुंदा तां आपां इत्थे आउणे आ, नहीं तां हुण ਨੂੰ ਬਿਸਤਰਿਆਂ ਤੇ ਸਵਾਰ ਹੁੰਦੇ, ਆਰਾਮ ਕਰਦੇ ਹੁੰਦੇ। ਪਰ ਤੁਹਾਡੇ ਮਨ ਵਿੱਚ ਤਾਂ ਹੀ ਚਾਹ ਹੈ। ਆ ਦੇਖੋ ਸੰਗਰੂਰ ਤੋਂ ਵੀ ਸਾਡੀਆਂ ਭੈਣਾਂ ਬੀਬੀਆਂ ਬੈਠੀਆਂ ਨੇ ਜਿਨ੍ਹਾਂ ਨੂੰ ਚਾਹ ਹੈ ਮਨ ਵਿੱਚ। ਅਸੀਂ ਤਾਂ ਆਉਣਾ ਪਿੰਡੋਂ, ਤਾਂ ਸੰਗਰੂਰ ਤੋਂ ਵੀ ਇਹ ਪਰਿਵਾਰ ਅੱਗੇ ਰੋਜ਼ ਦੀ ਤਰ੍ਹਾਂ ਤਕਰੀਬਨ ਤੀਜਾ ਚੌਥਾ ਦਿਨ ਹੋ ਗਿਆ। ਨੀ ਇੱਕ ਨਗਦਾ ਦਿਨ ਹੀ ਹੁੰਦਾ ਵੀ ਚੱਲ ਜਾਇਆ ਇਹ ਦਵਾ ਨਹੀਂ ਹੈ, ਫੇਰ ਵਕਤ ਲਾਂਗੇ। पर मन विच चौक है, महापुरखा की वो कमाई है। ताई संत जी महाराज बड़े प्यार नाल कहते हुंदे, वो जिन्ना कीतियां कठन कमाइयां उन्हां नूं जहान पूजदा, कीतियां कठन कमाइयां उन्हां नूं जहान पूजदा। उन्हां नूं जहान पूजदा। कीतियां ने गगन गवाइयां उन्हां नूं जहान पूजदा, कीतियां ने गगन गवाइयां उन्हां नूं जहान पूजदा। अज जहान पूजदा। धन धन बाबा बुढ़ा जी की जय जयकार हो रही है ना। धन धन बाबा अतर सिंह जी की जय जयकार हो रही है, क्यों उन्होंने कमाइयां कीतियां ने। हुण मेरे वर्गा कहे भी मैनू संत अतर सिंह वांगू पूजो या बाबा जगीर सिंह वांगू पूजो, नहीं नहीं, साडा तां मुकाबले नहीं हो सकता। असीं तां साध संगत जी जे सत जन्म भी आ जाइए तां भी उन्हां वर्गी कमाई नहीं हो सकती। सत की 100 जन्म भी आ जाइए, मुड़ मुड़ के आई जाइए। बाबा जगीर सिंह जी महापुरख, संत महाराज बाबा अतर सिंह जी महापुरख, सिहोड़ा साहिब वाले महापुरख ब्रह्म ज्ञानी, जिन्हां दा 14-14 सुखनी साहिब दे पाठ, 100 जपजी साहिब का पाठ कहते करके फिर जल बनी सकती सी। बोलो सतनाम।
ਇੱਥੇ ਤਾਂ ਹੁਣ ਜਿੰਨਾ ਚਿਰ ਮੂੰਹ 'ਚ ਚਾਹ ਨਾ ਪਵੇ ਉਹਨਾਂ ਚਿਰ ਸਾਨੂੰ ਸਾਹ ਨਹੀਂ ਆਉਂਦਾ। ਜਪਜੀ ਸਾਹਿਬ ਤਾਂ ਨੇੜੇ ਤੇੜੇ ਨਹੀਂ ਹੈ। ਇੱਦਾਂ ਕਰਕੇ ਸਾਧ ਸੰਗਤ ਜੀ ਮਹਾਂਪੁਰਖ ਕਹਿੰਦੇ 14 ਪਾਠ ਸੁਖਮਨੀ ਸਾਹਿਬ ਦੇ। ਇਹਨਾਂ ਮਹਾਂਪੁਰਖਾਂ ਦੀ ਕਮਾਈ ਫਿਰ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਕਮਾਈ ਦਾ ਤਾਂ ਅੰਤ ਕੋਈ ਨਹੀਂ। ਕਿੰਨੀ ਕਿੰਨੀ ਕਮਾਈ ਸੀ ਬਾਬਾ ਬੁੱਢਾ ਜੀ ਦੀ। ਗੁਰੂ ਨਾਨਕ ਸਾਹਿਬ ਨਾਲ ਕਿੰਨੀ ਮੁਸ਼ੱਕਤ ਕੀਤੀ ਬਾਬੇ ਬੁੱਢੇ ਨੇ। ਹਲ ਵਾਹਣਾ ਕੀਤਾ। ਗੁਰੂ ਨਾਨਕ ਮਹਾਰਾਜ ਜੀ ਝੋਨਾ ਲਾ ਦਿੰਦੇ ਉਹ ਟਾਈਮ ਦੇ ਵਿੱਚ, ਕੱਖ ਪਟਾਈ ਜਾਂਦੇ ਸਾਰਾ ਦਿਨ ਝੋਨੇ ਤੋਂ ਕੱਖ ਨਰ ਮਦੀਨ ਪਟਾਈ ਜਾਂਦੇ। ਬਾਬਾ ਲਹਿਣਾ ਜੀ ਪਹਿਲੀ ਵਾਰ ਆਏ। ਪਹਿਲੀ ਵਾਰ ਤੋਂ ਦਰਸ਼ਨ ਕਰਕੇ ਕਈ ਦਿਨ ਰਹਿ ਕੇ ਪਿੰਡ ਚਲੇ ਗਏ। ਜੀ ਨਾ ਲੱਗਿਆ, ਮੁੜੇ ਆਏ। ਘਰ ਵਾਲੀ ਨੇ ਚੰਗੇ ਸਾਫ ਕੱਪੜੇ ਦਿੱਤੇ, ਚੰਗੇ ਚਮਕ ਦਮਕ ਗਏ। ਜੇ ਬਾਬਾ ਲਹਿਣਾ ਜੀ ਕਰਤਾਰਪੁਰ ਗਏ, ਜਾ ਕੇ ਮਾਤਾ ਸੁਲੱਖਣੀ ਨੂੰ ਪੁੱਛਿਆ, ਮਾਤਾ ਜੀ ਬਾਬਾ ਜੀ ਕਿੱਥੇ ਨੇ? ਗੁਰੂ ਨਾਨਕ ਕਹਿਣ ਲੱਗੀ, ਪੁਰਖਾ ਉਹ ਤਾਂ ਖੇਤ ਵਿੱਚ ਕੱਖ ਕੱਢ ਰਹੇ ਨੇ। ਝੋਲਾ ਧਰਤਾ ਤੇ ਸਿੱਧੇ ਖੇਤ ਨੂੰ ਹੋ ਲਏ। ਕਹਿੰਦੇ ਆ ਗਿਆ ਪੁਰਖਾ? ਹਾਂ ਮਹਾਰਾਜ ਜੀ ਆ ਗਿਆ। ਤੇ ਗਿੱਲੇ ਕਿਹੜਾ ਮਦੀਨ ਸੀ ਕੱਢਿਆ ਹੋਇਆ, ਗਾਰੇ ਨਾਲ ਲਿਬੜਿਆ ਹੋਇਆ ਪੰਡ ਬਣਾਤੀ ਤੇ ਪੰਡ ਬਣਾ ਕੇ ਸਿਰ ਤੇ ਰੱਖਤੀ। ਕਹਿੰਦੇ ਲੈ ਪੁਰਖਾ ਘਰੇ ਲੈ ਚੱਲ, ਇਹ ਕੱਖ ਪਾਵਾਂਗੇ ਪਸ਼ੂਆਂ ਨੂੰ। ਜਿੰਨਾ ਗਾਰਾ ਸੀ ਨਾ ਨਵੇਂ ਕੱਪੜਿਆਂ ਤੇ ਪੈ ਗਿਆ। ਆਏ ਤੇ ਤੀਰੀਆਂ ਪੈ ਰਹੀਆਂ ਨੇ ਗਾਰੇ ਦੀਆਂ, ਸਾਰੇ ਕੱਪੜੇ ਖਰਾਬ ਹੋ ਗਏ। ਤੇ ਘਰ ਆ ਕੇ ਦੇਖਿਆ, ਮਾਤਾ ਸੁਲੱਖਣੀ ਨੇ ਕਹਿਣ ਲੱਗੀ, ਪੁਰਖਾ ਤੂੰ ਤਾਂ ਸਿਆਣਾ ਸੀ, ਮਾੜਾ ਮੋਟਾ ਕੱਪੜੇ ਦਾ ਕੱਢ ਕੁੱਢ ਲਾਂਦਾ। ਚੱਲ ਗੁਰੂ ਨਾਨਕ ਨੂੰ ਤਾਂ ਇਹ ਚੀਜ਼ ਦਾ ਪਤਾ ਹੀ ਨਹੀਂ। ਉਹ ਤਾਂ ਕਿਉਂਕਿ ਘਰਦਿਆਂ ਨੇ ਤਾਂ ਕਮਲੇ ਸਮਝਿਆ ਗੁਰੂ ਨਾਨਕ ਨੂੰ। ਘਰ ਦੇ ਤਾਂ ਕਮਲੀ ਕਹਿੰਦੇ ਵੀ ਤਾਂ ਕਮਲੀ ਤੁਰਿਆ ਫਿਰਦੇ। ਉਹੀ ਗੱਲ ਫਿਰ ਸ਼ਾਮ ਨੂੰ ਗੁਰੂ ਨਾਨਕ ਸਾਹਿਬ ਘਰੇ ਆਏ। ਕਹਿਣ ਲੱਗੀ, ਮਹਾਰਾਜ ਤੁਸੀਂ ਆ ਵਿਚਾਰਾ ਮਹਾਂ ਨਵੇਂ ਕੱਪੜੇ ਪਾ ਕੇ ਆਇਆ ਸੀ, ਤੁਸੀਂ ਸਾਰੇ ਕੱਪੜੇ ਲਵੇੜਤੇ। ਮਹਾਰਾਜ ਕਹਿੰਦੇ, ਭਲੀਏ ਤੇਰੇ ਭਾਅ ਦੀ ਗਾਰਾ ਹੈ, ਇਹ ਤਾਂ ਕੇਸਰ ਦੇ ਸਿੱਟੇ ਨੇ। ਬੋਲੋ ਸਤਿਨਾਮ। ਇਹੀ ਗਾਰਾ ਕਿਤੇ ਕੇਸਰ ਦਾ ਮੁਕਾਬਲਾ ਕਰੂਗਾ। ਫਿਰ ਦੇਖੋ ਨਾ ਬਾਬੇ ਲਹਿਣੇ ਦਾ ਜੀਵਨ ਕੇਸਰ ਵਾਂਗ ਹੀ ਚਮਕਿਆ। ਉਹ ਹੈ ਆਨੰਦਮਈ ਸਮਾਂ। ਬਾਬਾ ਬੁੱਢਾ ਜੀ ਵੀ ਨਾਲ ਹੀ ਸਨ। ਕਿੰਨੀ ਸੇਵਾ ਬਾਬਾ ਬੁੱਢਾ ਜੀ ਦੀ, ਬਾਬਾ ਲਹਿਣਾ ਜੀ ਦੀ। ਹਾਂ ਇੱਕ ਗੱਲ ਕਹਿ ਕੇ ਮੈਂ ਸਮਾਪਤੀ ਦੇ ਨੇੜੇ ਲੱਗਾ, ਟਾਈਮ ਹੋ ਗਿਆ ਆਪਣਾ। ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੋਤੀ ਜੋਤ ਸਮਾਏ, ਸੱਚਖੰਡ ਚਲੇ ਗਏ। ਤੇ ਫਿਰ ਬਾਬਾ ਲਹਿਣਾ ਜੀ ਨੂੰ ਮਹਾਰਾਜ ਨੇ ਪਹਿਲਾਂ ਕਹਿ ਦਿੱਤਾ ਸੀ ਕਿ ਭਾਈ ਤੂੰ ਕਰਤਾਰਪੁਰ ਛੱਡ ਕੇ ਖਡੂਰ ਚਲਿਆ ਜਾ। ਖਡੂਰ ਜਦ ਥੜਥੱਲੀ ਮਚ ਗਈ ਨਾ, ਭਾਜੜ ਪੈ ਗਈ ਗੁਰੂ ਨਾਨਕ ਮਹਾਰਾਜ ਦੇ ਜਾਣ ਦੇ ਪਿੱਛੋਂ ਵੀ ਹੁਣ ਦੂਜਾ ਗੁਰੂ ਕੌਣ ਹੈ। ਹੁਣ ਗੁਰੂ ਨਾਨਕ ਕਿਹਨੂੰ ਕਹਿ ਕੇ ਗਏ ਨੇ। ਫਿਰ ਭਾਲ ਸ਼ੁਰੂ ਹੋਈ ਤਾਂ ਫਿਰ ਬਾਬਾ ਬੁੱਢਾ ਜੀ ਅੱਗੇ ਲੱਗੇ। ਖਡੂਰ ਸਾਹਿਬ ਜਾ ਕੇ ਮਾਤਾ ਸਵਰਾਈ ਦੇ ਘਰੋਂ ਬਾਬਾ ਬੁੱਢਾ ਜੀ ਨੇ ਲੱਭਿਆ ਜਾ ਕੇ ਬਾਬੇ ਲਹਿਣੇ ਨੂੰ। ਬੋਲੋ ਸਤਿਨਾਮ। ਦੂਜੇ ਗੁਰੂ ਅੰਗਦ ਨੂੰ ਜਾ ਕੇ ਨਾ ਫਿਰ ਬਾਬੇ ਬੁੱਢੇ ਨੇ ਲੱਭਿਆ। ਫਿਰ ਉਹ ਬੂਹਾ ਪੱਟ ਕੇ ਕੰਧਾਂ ਢੇੜ ਕੇ ਫਿਰ ਸਾਧ ਸੰਗਤ ਜੀ ਗੁਰੂ ਅੰਗਦ ਦੇਵ ਨੂੰ ਪ੍ਰਗਟ ਕੀਤਾ। ਤੇ ਗੁਰੂ ਅੰਗਦ ਦੇਵ ਜੀ ਬਾਹਰ ਆ ਕੇ ਕਹਿਣ ਲੱਗੇ, ਪੁਰਖਾ ਗੁਰੂ ਨਾਨਕ ਪਾਤਸ਼ਾਹ ਦਾ ਕੀ ਹਾਲ ਹੈ। ਉੱਥੇ ਫਿਰ ਬਾਬਾ ਬੁੱਢਾ ਜੀ ਕਹਿਣ ਲੱਗੇ, ਉਹ ਤਾਂ ਜੀ ਸੱਚਖੰਡ ਚਲੇ ਗਏ, ਜੋਤੀ ਜੋਤ ਸਮਾ ਗਏ। ਬਸ ਫਿਰ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਇੱਕੋ ਹੀ ਸ਼ਬਦ ਕਹਿ ਕੇ ਚੁੱਪ ਧਾਰਨ ਕਰ ਲਈ ਸੀ। ਕਿਹੜਾ ਸ਼ਬਦ ਕਿਹਾ ਸੀ? ਪਹਿਲਾਂ ਮਰ ਜਾਈਏ ਜੀ ਆਪਣੇ ਪਿਆਰੇ ਨਾਲੋਂ, ਪਹਿਲਾਂ ਮਰ ਜਾਈਏ ਜੀ ਆਪਣੇ ਪਿਆਰੇ ਨਾਲੋਂ। ਪਹਿਲਾਂ ਮਰ ਜਾਈਏ ਆਪਣੇ ਪਿਆਰੇ ਨਾਲੋਂ, ਪਹਿਲੇ ਮਰ ਜਾਈਏ ਜੀ ਆਪਣੇ ਪਿਆਰੇ ਨਾਲੋਂ।
हाँ पहला मर जाइए जी अपने प्यारे नालों, पहला मर जाइए अपने प्यारे नालों। ਪਹਿਲੇ ਮਰ ਜਾਈਏ ਜੀ ਆਪਣੇ ਪਿਆਰੇ ਨਾਲੋਂ, ਪਹਿਲਾ ਮਰ ਜਾਈਏ ਜੀ ਆਪਣੇ ਪਿਆਰੇ ਨਾਲੋਂ। ਆਪਣੇ ਪਿਆਰੇ ਨਾਲੋਂ। ये शब्द महाराज ने कहा जिस प्यारे सो नेहो, जिसे आगे मर चलिए तिरक जीवन संसार ताके पासे जीवन। ये शब्द पढ़ के फिर चुप हो गए। फिर बाबा बूढ़ा जी कहते महाराज हुण चुप रह के नहीं गल बननी, हुण संगत नूं सामो। तुहानूं वर दे के गए ने महाराज गुरु नानक देव जी, ते साध संगत बड़े प्यार दे नाल बड़ी श्रद्धा ਦੇ ਨਾਲ ਆਪਾਂ ਨੇ ਆਨੰਦ ਮਾਣਿਆ। ਆਓ ਹੁਣ ਸਮਾਂ ਵੀ ਹੋ ਗਿਆ, ਸਤਿਗੁਰੂ ਕਿਰਪਾ ਕਰਨ ਬੇਨਤੀਆਂ ਨੇ ਕਿ ਆਪਾਂ ਸੰਗਤ ਦੇ ਆਉਣ ਤੋਂ ਪਹਿਲਾਂ ਵੀ ਮੋਬਾਈਲਾਂ ਨੂੰ ਸਾਇਲੈਂਸ ਕਰ ਲਿਆ ਕਰੋ, ਬੰਦ ਕਰ ਲਿਆ ਕਰੋ, ਕਿਉਂਕਿ ਇਹਨਾਂ ਦੀਆਂ ਜਿਹੜੀਆਂ ਟਿਊਨਾਂ ਬੜੀਆਂ ਤਿੱਖੀਆਂ ਨੇ, ਸਾਰਿਆਂ ਦਾ ਧਿਆਨ ਆ ਉੱਧਰ ਨੂੰ ਗਿਆ ਵੀ ਕੀ ਬੋਲਿਆ। ਸਾਖੀ ਯਾਦ ਹੋਵੇ ਨਾ ਹੋਵੇ, ਧਾਰਨਾ ਦਾ ਪਤਾ ਹੋਵੇ ਨਾ ਹੋਵੇ, ਮੈਂ ਕਹਿ ਨਹੀਂ ਸਕਦਾ, ਪਰ ਉੱਧਰਲੀ ਟਿਊਨ ਸਾਨੂੰ ਪਤਾ ਲੱਗ ਗਿਆ ਵੀ ਕੀ ਹੈ, ਕਿਹਦਾ ਫੋਨ ਚੱਲਦਾ। ਇਸ ਕਰਕੇ ਥੋੜ੍ਹਾ ਜਿਹਾ ਧਿਆਨ, ਕਿਉਂਕਿ ਸਾਵਧਾਨ ਇਕਾਗਰ ਚੀਤ। ਆਓ ਪਿਆਰ ਦੇ ਨਾਲ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ। ਅੱਜ ਚਲੋ ਵਿਸ਼ਾ ਕੋਈ ਹੋਰ ਸੀ, ਮੈਨੂੰ ਸਿੰਘ ਕਹਿ ਕੇ ਲਿਆਏ ਸੀ, ਕਹਿੰਦੇ ਸਾਖੀ ਵਧੀਆ ਸੁਣਾ ਦਿਓ ਕੋਈ, ਕਹਿੰਦੀ ਰਿਕਾਰਡਿੰਗ ਕਰਨੀ ਹੈ। ਮਾਂ ਮੇਰਾ ਤਾਂ ਕਮਲੇ ਵਾਲਾ ਕੰਮ ਹੈ, ਪਤਾ ਨਹੀਂ ਕਿਤੇ ਨੂੰ ਬੋਲ ਪਾਂ, ਕਿਉਂਕਿ ਮਹਾਰਾਜ ਦੀ ਕਿਰਪਾ ਹੈ ਸਤਿਗੁਰਾਂ ਦੀ। ਜਿਵੇਂ ਵੀ ਕੋਈ ਚਲੋ ਸ਼ਬਦ ਮੂਹਰੇ ਆ ਗਿਆ ਉੱਥੇ ਬੋਲੀ ਜਾਂਦਾ। ਮਹਾਂਪੁਰਖਾਂ ਨੂੰ ਅਸੀਂ ਸਿਉੜੇ ਵਾਲਿਆਂ ਨੂੰ ਕਈ ਵਾਰ ਕਹਿਣਾ ਜੀ ਅੱਜ ਬਸ ਦੀਵਾਨ ਸਿਰੇ ਲਾ ਦਿਓ, ਕਹਿੰਦੇ ਹਾਂ ਬਸ ਸਿਰੇ ਹੀ ਲਾਵਾਂਗੇ। ਜਦੋਂ ਲਾਉਣਾ ਤਾਂ 20 ਸਾਖੀਆਂ ਇਕੱਠੀਆਂ ਕਰ ਲੈਣੀਆਂ, ਪੂਰੀ ਕੋਈ ਵੀ ਨਾ ਕਰਨੀ। ਕਹਿੰਦੇ ਕਿਉਂ ਦੇਖਿਆ? ਹਾਂ ਮਹਾਰਾਜ ਚੜ੍ਹਦੀ ਕਲਾ ਹੀ ਰਹੀ, ਬਸ ਚੜ੍ਹਦੀ ਕਲਾ ਹੀ ਰਹੀ, ਕਿਉਂਕਿ ਉਹਨਾਂ ਮਹਾਂਪੁਰਖਾਂ ਦਾ ਅਨੁਭਵ ਬੜਾ ਪ੍ਰਕਾਸ਼ ਹੋਇਆ ਸੀ। ਇੱਕ ਇੱਕ ਸ਼ਬਦ 'ਤੇ ਵੀ ਉਹਨਾਂ ਨੇ 40-40 ਦਿਨ ਲਾਏ ਹੋਏ ਨੇ, ਇੱਕ ਇੱਕ ਸ਼ਬਦ 'ਤੇ। ਆਪਾਂ ਤਾਂ ਫਿਰ ਵੀ ਕਈ ਸਾਖੀਆਂ ਸੁਣਾ ਦਿੰਦੇ ਹਾਂ। ਉਹਨਾਂ ਦੇ ਤਾਂ ਇੱਕ ਇੱਕ ਦੀਵਾਨ ਦੇ ਵਿੱਚ ਹੀ 2-2 ਪੰਕਤੀਆਂ, ਇੱਕ ਇੱਕ ਪੰਕਤੀ ਦੀ ਵਿਆਖਿਆ। ਸਾਡੇ ਸਾਰੇ ਹੀ ਦੀਵਾਨ ਅਟੈਂਡ ਕਰੇ ਹੋਏ ਨੇ, ਦਾਸ ਨੇ, ਨਵੇਂ ਵਸਤੂਆਂ ਨੇ 40-40 ਦੀਵਾਨ ਲਾਉਣੇ। ਤਾਂ ਮਹਾਂਪੁਰਖਾਂ ਨੇ ਇੱਕ ਇੱਕ ਪ੍ਰਕਰਨ ਦੇ ਵਿੱਚ ਹੀ 40-40 ਦਿਨ ਪੂਰੇ ਕਰ ਜਾਣੇ। ਇੰਨਾ ਮਹਾਰ, ਇੰਨਾ ਮਹਾਰਾ ਸੀ ਉਹਨਾਂ ਦਾ ਖੁੱਲ੍ਹਿਆ ਹੋਇਆ ਅੰਦਰੋਂ। ਇੱਕ ਇੱਕ ਪੰਕਤੀ ਦੀ ਬੋਲੀ ਜਾਂਦੇ, 2-2, 2.5 ਘੰਟੇ। ਬੜਾ ਵੱਡਾ ਰਸ ਸੀ। ਚਲੋ ਸਾਡੇ ਕੋਲੋਂ ਸਰੀਰ ਕਰਕੇ ਚਲੇ ਗਏ, ਬਹੁਤੀ ਕਾਹਲੀ ਕਰ ਗਏ, ਕਿਉਂਕਿ ਹਜੇ ਉਹਨਾਂ ਦੇ ਜਾਣ ਦਾ ਸਮਾਂ ਨਹੀਂ ਸੀ, ਬੇਵਕਤਾ ਸਮਾਂ ਆ ਗਿਆ। ਹੁਣ ਸਾਨੂੰ ਉਹਨਾਂ ਦਾ ਵਿਛੋੜੇ ਹੀ ਸਹਿਣਾ ਔਖਾ ਹੋਇਆ ਪਿਆ, ਕਿਉਂਕਿ ਦਿਖਦਾ ਜਾੜ ਸੀ ਰਾਮ ਸਨੇਹੀ ਬਾਝੋ। ਅੱਜ ਜਾੜ ਹੀ ਜਾੜ ਦਿਖਦਾ। ਹੁਣ ਮੇਰੇ ਵਰਗਾ ਬਣਿਆ ਤਾਂ ਸਾਰੀ ਫਿਰਦੇ ਅਸੀਂ ਵੀ, ਮੈਂ ਵੀ ਸਿਉੜੇ ਵਾਲਾ, ਮੈਂ ਵੀ, ਮੇਰੇ ਵੀ ਪੈਰੀ ਹੱਥ ਲਾਓ, ਮੈਨੂੰ ਵੀ ਰਾਹਾਂ 'ਚ ਕੱਪੜੇ ਵਿਛਾਓ, ਪਰ ਉਹ ਤਾਕਤਾਂ ਕਿੱਥੋਂ ਮਿਲਣਗੀਆਂ? ਔਖਾ ਹੈ ਉਹ ਤਾਕਤਾਂ। ਗੁਰਮੁਖੋ ਵਕੀਰਾਂ ਕੋਲੋਂ, ਧੰਨ ਧੰਨ ਬਾਬਾ ਪੂਰਨ ਦਾਸ ਕੋਲੋਂ, ਜਾਂ ਦਾਮਦਮੀ ਟਕਸਾਲ ਕੋਲੋਂ, ਕਿਹੜੇ ਕਿਹੜੇ ਸਥਾਨਾਂ 'ਤੇ ਮਹਾਰਾਜ ਦਾ ਜੀਵਨ ਲੰਘੇ। ਆਏ 12-12 ਸਾਲ ਲਾਪਤਾ ਹੋ ਕੇ ਫਿਰੀ ਗਏ ਵੀ ਕੋਈ ਲੱਭ ਨਾ ਲਵੇ। ਪਰਿਵਾਰ ਨੇ ਵੀ ਭੋਗ ਪਾਤਾ ਸੀ ਸਹਿਜ ਪਾਠ ਕਰਾ ਕੇ ਵੀ ਉਹਦਾ ਮਰ ਮੁਰ ਗਿਆ ਹੋਣਾ, ਉਹਨੇ ਕਿੱਥੇ ਆਉਣੇ। ਬਾਅਦ ਵਿੱਚ ਫਿਰ ਬਾਬਾ ਜੀਆਂ ਦੀ ਵੱਡੀ ਭੈਣ ਬਹਿਬਲਪੁਰ, ਰੋੜੇਵਾਲ ਸਾਹਿਬ ਤੋਂ ਉੱਪਰਲੇ ਪਾਸੇ ਜਦੋਂ ਆਪਾਂ ਫਤਿਹਗੜ੍ਹ ਸਾਹਿਬ ਜਾਂਦੇ ਹਾਂ, ਉਹ ਰੋਡ ਦੇ ਉੱਪਰ ਆਉਂਦਾ ਭਾਸੋਂ ਟੱਪ ਕੇ ਬਹਿਬਲਪੁਰ, ਉੱਥੇ ਵਿਆਹੀ ਸੀ ਬਾਬਾ ਜੀ ਦੀ ਭੈਣ। ਉਹ ਮਾਤਾ ਨੇ ਵਚਨ ਕੀਤਾ, ਬਾਬਾ ਪੂਰਨ ਦਾਸ ਬਾਬਾ ਜੀ ਨੂੰ ਕਿਹਾ ਕਿ ਮਹਾਰਾਜ ਮੇਰੇ ਭਰਾ ਦਾ ਪਤਾ ਨਹੀਂ ਵੀ ਹੈਗਾ ਕਿ ਮਰ ਗਿਆ।
ਬਾਬਾ ਪੂਰਨਦਾਸ ਜੀ ਕਹਿੰਦੇ ਭਾਈ ਹੈਗਾ ਮਰਿਆ ਨਹੀਂ, ਪਰ ਖੁੰਡੇ ਨਾਲ ਲਿਆਉਣਾ ਪੈਣਾ ਉਹਨੂੰ, ਬੜਾ ਕਹਿੜਾ ਆਉਂਦਾ ਨਹੀਂ। ਮਹਾਰਾਜ ਕਰ ਦਿਓ ਕਿਰਪਾ। ਮਹਾਰਾਜ ਕਹਿੰਦੇ ਚੰਗਾ ਫਿਰ 1.25 ਕਿਲੋ ਦਾ ਪ੍ਰਸਾਦ ਛਕਾਂਗੇ। ਬੋਲੋ ਸਤਨਾਮ। ਤੇਰਾ ਭਰਾ ਆ ਜਾਊਗਾ, 1.25 ਕਿਲੋ ਦਾ ਪ੍ਰਸਾਦ ਕਹਿੰਦੇ ਇਕੱਲਾ ਹੀ ਸਕੂੰ ਮੈਂ। ਮਹਾਂਪੁਰ ਕਹਿੰਦੇ ਬਾਬਾ ਜੀ ਭਾਵੇਂ ਕੜਾਹਾ ਛਕ ਲਿਓ, ਮੇਰਾ ਭਰਾ ਦੱਸੋ ਕਦੋਂ? ਮਹਾਰਾਜ ਕਹਿੰਦੇ ਜਾਂ ਦੁਸਹਿਰੇ ਨੂੰ ਜਾਂ ਦੀਵਾਲੀ ਨੂੰ। ਦੱਸ ਦੀਵਾਲੀ ਤੋਂ ਪਹਿਲਾਂ ਮੰਗਾ ਲਈਏ ਕਿ ਦੁਸਹਿਰੇ ਤੋਂ? ਬੀਬੀਆਂ ਨੂੰ ਕਾਲੀ ਗੁੰਜੇ ਕਹਿਣ ਲੱਗੀ ਬਾਬਾ ਜੀ ਦੁਸਹਿਰੇ ਤੋਂ ਪਹਿਲਾਂ ਹੀ ਮੰਗਾ ਲਓ। ਦੇਖੋ ਇੰਨਾ ਪਿਆਰ। ਫਿਰ ਇੱਧਰੋਂ ਭਿੰਡਰ ਕਲਾਂ ਨਗਰ ਸੰਤ ਬਾਬਾ ਜੀ, ਸੰਤ ਗਿਆਨੀ ਮੋਹਨ ਸਿੰਘ ਜੀ ਅੱਜ ਮੌਜੂਦਾ ਸਮੇਂ ਦੇ ਮਹਾਂਪੁਰਖ ਨੇ, ਉਹਨਾਂ ਤੋਂ ਵਰਸੋਏ ਹੋਏ ਸੰਤ ਗੁਰਬਚਨ ਸਿੰਘ ਜੀਆਂ ਤੋਂ ਵਰਸੋਏ ਹੋਏ ਸੰਤ ਜੈਬ ਸਿੰਘ ਜੀ ਲੰਮੇ ਜੱਟਪੁਰੇ ਵਾਲੇ। ਉੱਥੋਂ ਜਾ ਕੇ ਫਿਰ ਬਾਬਾ ਜੀ ਲੱਭੇ, ਉੱਥੋਂ ਮਿਲੇ ਵੱਡੇ ਭਰਾ ਮਹਾਂਪੁਰਖ ਸੰਤ ਗੁਰਦਿਆਲ ਸਿੰਘ ਜੀ ਨੇ। ਮਹਾਂਪੁਰਖਾਂ ਨੂੰ ਜਾ ਕੇ ਲਿਆਂਦਾ ਸਾਈਕਲ 'ਤੇ ਬਿਠਾ ਕੇ, ਅਤੇ ਗੁਰਮੁਖੋ ਬਾਬਾ ਨੇ ਬਚਨ ਕਰਿਆ ਸੀ, ਕਹਿੰਦੇ ਭਈ ਐਂ ਨਹੀਂ ਆਉਂਦਾ, ਲੱਤ ਤੋਂ ਫੜ ਕੇ ਲਿਆਉਣਾ ਪਊਗਾ। ਕਹਿੰਦੇ ਫਿਰ ਮਹਾਂਪੁਰਖਾਂ ਦੇ ਲੱਤ 'ਤੇ ਫੁਣਸੀ ਹੋ ਗਈ, ਬਾਲ ਤੋੜ, ਇੰਨਾ ਜ਼ਖਮ ਹੋਇਆ ਕਿ ਲੰਘ ਮਾਰ ਕੇ ਤੁਰਨ ਲਾਤੇ। ਇੱਧਰੋਂ ਭਾਈ ਸਾਹਿਬ ਚਲੇ ਗਏ ਵੱਡੇ ਮਹਾਂਪੁਰਖਾਂ ਦੇ। ਕਹਿੰਦੇ ਵੀ ਮਾਤਾ ਦੀ ਵੀ ਅੱਖ ਚਲੀ ਗਈ ਸੀ ਵਿਰਾਗ 'ਚ, ਨਿਗਾਹ ਬੰਦ ਹੋ ਗਈ ਸੀ। ਇੰਨਾ ਵਿਰਾਗ ਕੀਤਾ ਮਾਤਾ ਜੀ ਨੇ, ਹਰਨਾਮ ਕੌਰ ਜੀ ਨੇ, ਕਿ ਇਹਨਾਂ ਵਿਰਾਗ 'ਚ ਰੋ ਰੋ ਕੇ ਕੀ ਅੰਨੀ ਹੋ ਗਈ ਕਿ ਮੇਰਾ ਪੁੱਤਰ, ਮੇਰਾ ਬਾਲਕ ਕਿੱਥੇ ਹੈ। ਇੱਦਾਂ ਕਰਕੇ ਸਾਧ ਸੰਗਤ ਜੀ ਮਹਾਂਪੁਰਖ ਜਦ ਆਏ, ਧੰਨ ਬਾਬਾ ਪੂਰਨਦਾਸ ਮਹਾਰਾਜ ਰੋੜੇਵਾਲ ਸਾਹਿਬ ਬੈਠੇ ਨੇ, ਅਤੇ ਸਾਧ ਸੰਗਤ ਮਹਾਂਪੁਰਖ ਪਹਿਲੇ ਕਹਿੰਦੇ ਭਾਈ ਆਪਣੇ ਸੇਵਕਾਂ ਨੂੰ ਚਾਹ ਧਰ ਲਓ, ਅਤੇ ਆਪਣੇ ਕੋਲੇ ਮਹਿਮਾਨ ਆ ਰਿਹਾ ਨਵਾਂ, ਉਹਨੂੰ ਛਕਾਉਣ ਵਾਸਤੇ ਚਾਹ। ਅਤੇ ਫਿਰ ਮਹਾਂਪੁਰਖ ਜਦੋਂ ਆਏ, ਦੁਬਿਧਾ 'ਚ ਪੈ ਗਿਆ ਮਨ ਵਿੱਚ ਦਾ। ਭਗਵੇਂ ਵਾਲੇ ਬੈਠੇ ਨੇ, ਸਾਧੂ ਬੈਠੇ ਨੇ, ਲੰਗੋਟੀਆਂ ਵਾਲੇ। ਮਨਾ ਤੂੰ ਤਾਂ ਟਕਸਾਲ 'ਚ ਰਹਿ ਕੇ ਆਇਆ, ਬਾਣੀ ਪੜ੍ਹਦਾ ਫਲਾਣਾ। ਕਹਿੰਦੇ ਖਾਸਾ ਦਿਨ ਮੈਂ ਤਾਂ ਮੱਥੇ ਨਾ ਟੇਕਿਆ। ਮਨ ਵਿੱਚ ਇਹ ਬਣਾ ਲਿਆ ਕਿ ਜੇ ਇੱਥੋਂ ਉੱਥੋਂ ਬੁਲਾ ਸਕਦਾ ਜਿਹੜਾ ਸਾਧੂ, ਉਹ ਉਰੋਂ ਵੀ ਬੁਲਾ ਸਕਦਾ ਵੀ ਭਾਈ ਆ ਜਾ ਹੁਣ, ਨੇੜੇ ਹੋ ਕੇ ਦੂਰ ਕਾਹਨੂੰ ਖੜ੍ਹ ਗਿਆ। ਕਹਿੰਦੇ ਫਿਰ ਬਾਬਾ ਪੂਰਨਦਾਸ ਮਹਾਰਾਜ ਨੇ ਕਿਹਾ ਆ ਜਾ ਸਿਉੜੇ ਵਾਲਿਆ, ਹੁਣ ਦੂਰ ਕਾਹਨੂੰ ਖੜ੍ਹਦਾ, ਡੇਗ ਲੈ ਮੱਥਾ, ਹੁਣ ਤੋੜ ਦੇ ਭਰਮ ਜਿਹੜੇ ਰੱਖੇ ਨੇ ਮਨ 'ਚ। ਇੱਦਾਂ ਕਰਕੇ ਸਾਧ ਸੰਗਤ ਬਖੀਰ ਬੜੇ ਪੂਰਨ ਹੋਏ ਨੇ। ਧੰਨ ਬਾਬਾ ਪੂਰਨਦਾਸ ਜੀ, ਬੜੀ ਕਮਾਈ ਹੋਈ ਹੈ, ਜਿਨ੍ਹਾਂ ਦੀ ਕਮਾਈ ਦੇ ਵਿੱਚੋਂ ਸੰਤ ਮਹਾਰਾਜ ਜੀ ਸਿਉੜਾ ਸਾਹਿਬ ਵਾਲਿਆਂ ਨੇ ਤਕਰੀਬਨ 67 ਸਾਲ ਕੀਰਤਨ ਵਰਤਾਇਆ। 67 ਸਾਲ ਆਪਣੇ ਨਗਰ 'ਚ ਆਉਂਦੇ ਰਹੇ ਨੇ, ਬੜੇ ਦੀਵਾਨ ਸਜਾਏ ਭਗਤ ਰਵਿਦਾਸ ਜੀਆਂ ਦੇ ਨਗਰ 'ਚ ਵੀ, ਗੁਰੂ ਘਰ ਵੀ। ਇੱਥੇ ਵੀ ਮਹਾਂਪੁਰਖਾਂ ਦਾ ਪ੍ਰੇਮ, ਇੱਕ ਵਾਰੀ 2 ਵਾਰੀ ਸ਼ਾਇਦ ਇੱਥੇ ਵੀ ਆਏ ਨੇ, ਬੜਾ ਪ੍ਰੇਮ ਕਰਦੇ ਹੁੰਦੇ। ਇਹ ਵੀ ਕਹਿੰਦੇ ਹੁੰਦੇ ਕਿ ਜੇ ਕੋਈ ਬ੍ਰਹਮ ਗਿਆਨੀ ਸਾਧੂ ਹੈ ਤਾਂ ਕੋਈ ਸਾਹਿਬ ਹੈ। ਬਾਬਾ ਜਗੀਰ ਸਿੰਘ ਨੂੰ ਕਹਿੰਦੇ ਹੁੰਦੇ ਵੀ ਜੇ ਭਾਈ ਰੱਬ ਦੇਖਣਾ ਤਾਂ ਕੋਈ ਸਾਹਿਬ ਬੈਠਾ। ਬੋਲੋ ਸਤਨਾਮ। ਐਡੀ ਕਮਾਈ ਸੀ। ਆਓ ਸਤਿਗੁਰੂ ਕਿਰਪਾ ਕਰਨ। ਬਹੁਤੀਆਂ ਵਿਚਾਰਾਂ ਕਰਦਿਆਂ ਕੋਲੋਂ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ, ਖਿਮਾ ਕਰੋ ਜੀ। ਸਾਰੀ ਸੰਗਤ ਸ਼ਲੋਕ ਪੜ੍ਹ ਕੇ ਸਮਾਪਤੀ ਕਰੀਏ। ਸ਼ਲੋਕ ਪਾਵਨ ਗੁਰੂ ਬਾਣੀ ਪਿਤਾ ਮਾਤਾ ਦਰਦ ਬਾਤ, ਜਦ ਆਈਆਂ ਬਰਿਆਈਆਂ ਵਾਚੇ ਧਰਮ ਦੂਰ ਕਰਮੀ ਆਬੂ, ਜਿਨੀ ਨਾਮ ਤੇ ਆਇਆ ਗਏ ਮਸਾਕਤ ਕਾਲ ਨਾਨਕ ਦੇ। ਜਿਨੀ ਨਾਮ ਤੇ ਆਇਆ ਗਏ ਮਸਾਕਤ ਕਾਲ ਨਾਨਕ ਦੇ।
ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਉਹਦੇ ਅੱਗੇ ਅਰਦਾਸ ਹਮਾਰੀ